10,576 एकड़ां की एक रिपोर्ट जिहड़ी है ये जारी हुई है और इस विच अजे तक पूरे खुलासे होने बाकी ने। ये थोड़े जिलियां की रिपोर्ट है जिस विचों मोहरी जिला जिहड़ा है कपूरथला निकल के सामने है, जिन्हां दे बारे पक्का है कि उन्हां विचों एक कब्जे होए ने ते उन्हां दा कोई केस नहीं है। कब्जे ने जां उन्हां ने किसी ने लीज ते लई हुई है जां सरकार नूं की दिंदे ने, इस बारे कोई साफ नहीं है। कपूरथले जिले में 954 किले ਜ਼ਮੀਨ है, जिस विचों फगवाड़ा ਦੇ ਵਿੱਚ 7 ਕਨਾਲ 15 ਮਰਲੇ ਲਵਲੀ ਯੂਨੀਵਰਸਿਟੀ ਦੇ ਕੋਲ ਵੀ ਹੈ। ਦਰਿਆਵਾਂ ਦੇ ਨਾਲ ਲੱਗਦੀਆਂ ਜ਼ਮੀਨਾਂ ਨੇ, ਉਹਨਾਂ ਦੇ ਉੱਪਰ ਵੀ ਨਾਜਾਇਜ਼ ਕਬਜ਼ੇ ਹੋਏ ਹੋਏ ਨੇ ਔਰ ਉਹ ਕਬਜ਼ੇ ਕਹਿੰਦੇ ਨੇ ਕਿ ਜ਼ਿਆਦਾ ਕਰਕੇ ਰਸੂਖਵਾਨ ਲੋਕਾਂ ਦੇ ਨੇ ਤੇ ਸਿਆਸਤਦਾਨਾਂ ਦੇ ਸੰਬੰਧੀਆਂ ਦੇ ਨੇ ਜਾਂ ਡਾਇਰੈਕਟ ਸਿਆਸਤਦਾਨਾਂ ਦੇ ਨੇ ਜਾਂ ਵੱਡੇ ਵਪਾਰੀਆਂ ਦੇ ਨੇ। ਪਟੀਸ਼ਨ ਪਾਈ ਗਈ ਸੀ ਕਿ ਫਰਲੋ ਨਾ ਦਿੱਤੀ ਜਾਵੇ ਤੇ ਇੱਕ ਖਤਰਨਾਕ ਵਿਅਕਤੀ ਹੈ ਤੇ ਇਸ ਨੂੰ ਫਰਲੋ ਦੇਣ ਦੀ ਇਸ ਤਰ੍ਹਾਂ ਦੀ ਕਵਾਇਦ ਜਿਹੜੀ ਹੈ ਇਸ ਨੂੰ ਸਿਰੇ ਤੋਂ ਰੋਕ ਦਿੱਤਾ ਜਾਵੇ। ਪਰ ਮਾਨਯੋਗ ਅਦਾਲਤ ਨੇ ਥੋੜਾ ਜਿਹਾ ਹੋਰ ਤਰੀਕੇ ਨਾਲ ਇਸ ਦੇ ਬਾਰੇ ਉਸ ਦਾ ਵਿਖਿਆਨ ਕੀਤਾ ਹੈ। ਅਦਾਲਤ ਦਾ ਇਹ ਕਹਿਣਾ ਹੈ ਕਿ ਇਹ ਇੱਕ ਖਤਰਨਾਕ ਅਪਰਾਧੀ ਨਹੀਂ। ਬਾਬਾ ਰਾਮ ਰਹੀਮ ਜਦੋਂ ਉਸ ਤੇ ਬਲਾਤਕਾਰ ਦੇ ਇਲਜ਼ਾਮ ਲੱਗੇ ਸਨ ਤੇ ਉਸ ਦੇ ਪ੍ਰੋਟੈਕਸ਼ਨ ਦੇ ਵਿੱਚ ਆਪਣੇ ਆਪ ਨੂੰ ਬਚਾਉਣ ਖਾਤਰ ਇਹ ਵੀ ਕਹਿੰਦਾ ਸੀ ਕਿ ਮੇਰੇ ਤੇ ਇਲਜ਼ਾਮ ਲੱਗ ਹੀ ਨਹੀਂ ਸਕਦੇ, मैं तो ਸਰੀਰਕ तौर पर इस काबिल ही नहीं। 130 करोड़ की आबादी वाले इस देश के विच टैक्स देने वाले तकरीबन 4.5 करोड़ ने। इस विचों भी 1.5 करोड़ वो टैक्सदाता ने जिहड़े सिर्फ नां दा टैक्स दिंदे ने, जिन्हां दा योगदान बहुत थोड़ा है। जिस किसान की आमदन सालाना 10 लाख तो उपर है उस दे भाव के जिहड़ा हुण खेती दे विच जे फार्म बनदा है, जे फार्म जां होर कोई खेती तो आमदन जिहड़ी है ਉਹ 10 ਲੱਖ ਤੋਂ ਉੱਪਰ ਸਾਲਾਨਾ ਹੋਵੇਗੀ, ਉਸ ਦੇ ਫਿਰ ਖਾਤਿਆਂ ਦੀ ਬਰੀਕੀ ਨਾਲ ਜਾਂਚ ਕਰਨ ਦੀ ਕੋਸ਼ਿਸ਼ ਜਿਹੜੀ ਹੈ ਸਰਕਾਰ ਕਰੇਗੀ। ਜਦੋਂ ਪੂਰੇ ਭਾਰਤ ਦੇ ਵਿੱਚੋਂ ਦੇਸ਼ ਵਾਸੀਆਂ ਵਾਸਤੇ ਅਨਾਜ ਵੀ ਪੂਰਾ ਨਹੀਂ ਸੀ ਹੁੰਦਾ ਤਾਂ ਪੰਜਾਬ ਨੇ ਹੀ ਉਸ ਖਜ਼ਾਨੇ ਨੂੰ ਭਰਿਆ। ਇਹ ਸਾਰਾ ਕੁਝ ਜਿਹੜਾ ਹੈ ਚੰਗੀ ਇੱਕ ਖੇਤੀ ਦੀ ਉਪਜ ਦੀ ਬਦੌਲਤ ਹੋ ਰਿਹਾ, ਜਿਸ ਵਿੱਚ ਪੰਜਾਬ ਦੇ ਯੋਗਦਾਨ ਨੂੰ ਘੱਟ ਕਰਕੇ ਨਹੀਂ ਮਿੱਥਿਆ ਜਾ ਰਿਹਾ। ਜਿਵੇਂ ਕਿ ਅੰਦੋਲਨ ਦੇ ਦੌਰਾਨ ਗੱਲਾਂ ਚੱਲੀਆਂ ਸੀ ਕਿ ਤਾਂ ਵੱਡੀਆਂ ਕਾਰਾਂ ਵਿੱਚ ਆਉਣ ਵਾਲੇ ਲੋਕ ਨੇ, 에ਅਰ ਕੰਡੀਸ਼ਨਾਂ 'ਚ ਰਹਿਣ ਵਾਲੇ ਲੋਕ ਨੇ, ਕਿਸਾਨ ਕਿੱਥੇ ਦੇ ਨੇ। ਕਿਸਾਨ ਦੀ ਡੈਫੀਨੇਸ਼ਨ ਨੂੰ ਫਰਕ ਪਾਇਆ, ਪਰ ਪੰਜਾਬ ਨੂੰ ਕਿਤੇ ਟਾਰਗੇਟ ਤਾਂ ਨਹੀਂ ਕੀਤਾ ਜਾ ਰਿਹਾ। ਪੰਜਾਬ ਦੇ ਕਾਲੇ ਦੌਰ ਤੋਂ ਬਾਅਦ ਇਹ ਸੁਣਦੇ ਹੁੰਦੇ ਸਾਂ ਕਿ ਇੰਦਰ ਕੁਮਾਰ ਗੁਜਰਾਲ ਨੇ ਪੰਜਾਬ ਦਾ ਕਰਜ਼ਾ ਮੁਆਫ ਕਰ ਦਿੱਤਾ ਜਦੋਂ ਪ੍ਰਧਾਨ ਮੰਤਰੀ ਬਣੇ, ਪਰ ਪੰਜਾਬ ਨੂੰ ਕਰਜ਼ੇ ਦੀਆਂ ਕਿਸ਼ਤਾਂ ਨੇ ਖਾਧਾ ਹੈ, ਉਸ ਦਾ ਵਿਆਜ ਹੀ ਨਹੀਂ ਮੋੜਿਆ ਜਾ ਰਿਹਾ। ਇਸ ਗੱਲ ਦਾ ਪੱਕਾ ਪਤਾ ਹੈ। 2 ਬਿੱਲਾਂ ਦੀ ਵਿਰੋਧਤਾ ਕਰਦੇ ਹੋਏ ਭਗਤ ਸਿੰਘ ਤੇ ਬਟਕੇਸ਼ਵਰ ਦੱਤ ਨੇ ਅੱਜ ਦੇ ਦਿਨ ਗ੍ਰਿਫਤਾਰੀ ਦਿੱਤੀ। ਉਹਨਾਂ ਨੂੰ ਬੰਬ ਸੁੱਟਣ ਦੇ ਲਈ ਉਮਰ ਕੈਦ ਦੀ ਸਜ਼ਾ ਹੋਈ ਸੀ। ਜਿਹੜੀ ਉਹਨਾਂ ਨੂੰ ਫਾਂਸੀ ਦੀ ਸਜ਼ਾ ਹੋਈ ਸੀ ਉਸ ਕੇਸ ਦੇ ਵਿੱਚ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਨੂੰ 1931 ਦੇ ਵਿੱਚ ਫਾਂਸੀ ਦੇ ਦਿੱਤੀ ਗਈ ਸੀ। ਮੁਲਕ ਮੇਰੇ ਵਿੱਚ ਮੌਜਾਂ ਮੌਜਾਂ, ਜਿੱਧਰ ਦੇਖੋ ਫੌਜਾਂ ਹੀ ਫੌਜਾਂ। ਐਸਾ ਪਾਕਿਸਤਾਨ ਦਾ ਇਤਿਹਾਸ ਹੈ ਕਿ ਉੱਥੇ ਡੈਮੋਕ੍ਰੇਸੀ ਜਿਹੜੀ ਹੈ ਉਹ ਕਦੀ ਪੂਰਨ ਰੂਪ ਦੇ ਵਿੱਚ ਪੱਕੇ ਤੌਰ ਤੇ ਸਥਾਪਿਤ ਨਹੀਂ ਹੋ ਸਕੀ। ਹਰ ਵੇਲੇ ਅਦਾਲਤਾਂ ਤੇ ਫੌਜ ਦਾ ਪਰਛਾਵਾਂ ਜਿਹੜਾ ਹੈ ਉਹ ਸਿਆਸਤਦਾਨਾਂ ਦੇ ਉੱਪਰ ਸਿਰ ਤੇ ਮੰਡਰਾਉਂਦਾ ਰਹਿੰਦਾ ਹੈ। ਇਮਰਾਨ ਖਾਨ ਨੇ ਅੱਗੇ ਆਉਣ ਲਈ ਤਬਦੀਲੀ ਦਾ ਨਾਰਾ ਦਿੱਤਾ ਸੀ। ਤਬਦੀਲੀ ਆਈ ਕਿ ਨਹੀਂ ਆਈ ਹੁਣ ਪਾਕਿਸਤਾਨ ਦੇ ਲੋਕ ਸ਼ਾਇਦ ਵੋਟਾਂ ਵਿੱਚ ਦੱਸਣਗੇ। ਪੰਜਾਬੀ ਨੈਸ਼ਨਲ ਟੀਵੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ ਤੇ ਪ੍ਰੋਗਰਾਮ ਹੈ ਜੀ ਵਿਚਾਰ ਚਰਚਾ। ਭਗਤ ਸਿੰਘ ਦੇ ਬੰਬ ਸੁੱਟਣ ਦੀ ਕਹਾਣੀ ਦੀ ਅੱਜ ਪੂਰੀ ਗੱਲਬਾਤ ਇਸ ਪ੍ਰੋਗਰਾਮ ਦੇ ਵਿੱਚ ਕਰਾਂਗੇ ਤੇ ਜਿਹੜੇ ਵੱਡੇ ਕਿਸਾਨ ਨੇ ਉਹਨਾਂ ਤੇ ਟੈਕਸ ਲੱਗਣ ਜਾ ਰਿਹਾ ਜਾਂ ਨਹੀਂ, ਕੀ ਹੈ ਪੂਰੀ ਕਹਾਣੀ ਉਹ ਵੀ ਤੁਹਾਨੂੰ ਦੱਸਾਂਗੇ। ਸੌਦਾ ਸਾਧ ਰਾਮ ਰਹੀਮ ਦੀ ਵੀ ਗੱਲਬਾਤ ਕਰਾਂਗੇ ਤੇ ਹੋਰ ਵੀ ਕਈ ਮੁੱਦੇ ਡਿਸਕਸ ਕਰਾਂਗੇ। ਤੇ ਸਟੂਡੀਓ 'ਚ ਮੇਰੇ ਨਾਲ ਇਸ ਵੇਲੇ ਐਜ਼ ਐਨ ਐਕਸਪਰਟ ਮੌਜੂਦ ਨੇ ਕੁਲਦੀਪ ਸਿੰਘ ਹੀਰ ਜੀ। ਸਤਿ ਸ਼੍ਰੀ ਅਕਾਲ ਕੁਲਦੀਪ ਜੀ, ਸਵਾਗਤ ਕਰਦੇ ਹਾਂ ਜੀ। ਸਤਿ ਸ਼੍ਰੀ ਅਕਾਲ ਸਭੀ। ਕੁਲਦੀਪ ਜੀ, ਅਖਬਾਰ ਦੇ ਵਿੱਚ ਅੱਜ ਇੱਕ ਖਬਰ ਛਪਦੀ ਆ ਤੇ ਕਹਿੰਦੇ ਆ ਕਿ ਤਕਰੀਬਨ 10,000 ਏਕੜ ਜ਼ਮੀਨ ਹੈ ਜਿਹਦੇ ਤੇ ਨਜਾਇਜ਼ ਕਬਜ਼ੇ ਨੇ। ਪਤਾ ਵੀ ਸਾਰਿਆਂ ਨੂੰ ਸੀ, ਕੀਤਾ ਕੱਖ ਨਹੀਂ। ਕੀ ਹੈ ਪੂਰੀ ਕਹਾਣੀ? ਦੇਖੋ ਸਵਲੀਨ, ਗੱਲ ਇਹ ਹੈ ਕਿ ਤੁਸੀਂ ਵੀ ਜਦੋਂ ਇਸ ਦਾ ਸਵਾਲ ਮੈਨੂੰ ਪੁੱਛਿਆ ਤੇ ਤੁਸੀਂ ਆਖਿਆ 10,000, ਲੇਕਿਨ ਜ਼ਮੀਨ ਹੈ ਕਿੱਲਾ ਇੱਕ ਜ਼ਮੀਨ ਦਾ। ਕਿਤੇ ਕਿੰਨੀਆਂ ਕਰਮਾਂ ਹੁੰਦੀਆਂ ਨੇ, ਕਿਤੇ ਕਿੰਨੀਆਂ ਹੁੰਦੀਆਂ ਨੇ। ਪੰਜਾਬ ਦੇ ਹਰ ਖਿੱਤੇ ਦੇ ਵਿੱਚ ਵੱਖਰੀ ਵੱਖਰੀ ਐਮਾਇਸ਼ ਹੈ, ਪਰ 10,576 एकड़ां की एक रिपोर्ट जिहड़ी है ये जारी हुई है।
ਔਰ ਇਸ ਵਿੱਚ ਅਜੇ ਤੱਕ ਪੂਰੇ ਖੁਲਾਸੇ ਹੋਣੇ ਬਾਕੀ ਨੇ। ਇਹ ਥੋੜੇ ਜ਼ਿਲ੍ਹਿਆਂ ਦੀ ਰਿਪੋਰਟ ਹੈ, ਜਿਸ ਵਿੱਚੋਂ ਮੋਹਰੀ ਜਿਹੜਾ ਹੈ ਕਪੂਰਥਲਾ ਨਿਕਲ ਕੇ ਸਾਹਮਣੇ ਆਇਆ। ਇਹ ਉਹ ਜ਼ਮੀਨ ਹੈ ਜੋ ਪੰਚਾਇਤ ਵਿਭਾਗ ਦੀ ਹੈ, ਜਿਸ ਦੇ ਵਿੱਚ ਬਹੁਤ ਕਿਸਮ ਦੀਆਂ ਜ਼ਮੀਨਾਂ ਹੁੰਦੀਆਂ ਨੇ, ਜਿਸ ਵਿੱਚ ਸਕੂਲ ਦਾ ਥਾਂ ਵੀ ਹੋ ਸਕਦਾ ਹੈ, ਕਸਟੋਡੀਅਨ ਦੇ ਥਾਂ ਹੋ ਸਕਦੇ ਨੇ, ਵਕਫ ਬੋਰਡ ਦਾ ਹੋ ਸਕਦਾ ਹੈ, ਕੇਂਦਰ ਸਰਕਾਰ ਦਾ ਹੋ ਸਕਦਾ ਹੈ, ਕੋਈ ਸ਼ਾਮਲਾਤ ਹੋ ਸਕਦੀ ਹੈ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇਸੇ ਕੈਟਾਗਰੀ ਦੇ ਵਿੱਚ ਆਉਂਦੀਆਂ ਨੇ, ਜਿਨ੍ਹਾਂ ਦਾ ਅਧਿਕਾਰ ਜਿਹੜਾ ਹੈ, ਜਿਨ੍ਹਾਂ ਨੂੰ ਵਰਤਣ ਤੇ ਅੱਗੇ ਲੀਜ਼ ਤੇ ਦੇਣ ਦਾ ਜਾਂ ਉਹਨਾਂ ਤੇ ਕਿਸੇ ਕਿਸਮ ਦੀ ਉਸਾਰੀ ਜਾਂ ਕੁਝ ਵੀ ਕਰਨ ਦਾ ਅਧਿਕਾਰ ਜਿਹੜਾ ਹੈ ਪੰਚਾਇਤਾਂ ਕੋਲ ਜਾਂ ਸੰਬੰਧਿਤ ਮਹਿਕਮਿਆਂ ਦੇ ਕੋਲ ਹੁੰਦਾ ਹੈ। ਹੁਣ ਇਹ 10,576 ਏਕੜ ਜਿਹੜੀ ਜ਼ਮੀਨ ਹੈ, ਇਸ ਵਿੱਚੋਂ ਮੋਟਾ ਜਿਹਾ ਇੱਕ ਅੰਦਾਜ਼ਾ, ਸਬਰੀਨ ਇੰਨੇ ਵੱਡੇ ਅੰਕੜੇ ਨੇ, ਮੈਂ ਪੜ੍ਹ ਕੇ ਸੁਣਾਉਣ ਦੀ ਕੋਸ਼ਿਸ਼ ਕਰਾਂਗਾ ਦਰਸ਼ਕਾਂ ਨੂੰ ਤਾਂ ਕਿ ਪਤਾ ਲੱਗ ਸਕੇ। ਇਸ ਮੁਤਾਬਕ ਦੱਸਿਆ ਜਾਵੇ ਕਿ ਜਿਨ੍ਹਾਂ ਦੇ ਬਾਰੇ ਪੱਕਾ ਹੈ ਕਿ ਉਹਨਾਂ ਵਿੱਚੋਂ ਇਹ ਕਬਜ਼ੇ ਹੋਏ ਨੇ ਤੇ ਉਹਨਾਂ ਦਾ ਕੋਈ ਕੇਸ ਨਹੀਂ ਹੈ, ਕਬਜ਼ੇ ਨੇ ਜਾਂ ਉਹਨਾਂ ਨੇ ਕਿਸੇ ਨੇ ਲੀਜ਼ ਤੇ ਲਈ ਹੋਈ ਹੈ ਜਾਂ ਸਰਕਾਰ ਨੂੰ ਕੀ ਦਿੰਦੇ ਨੇ, ਇਸ ਬਾਰੇ ਕੋਈ ਸਾਫ਼ ਨਹੀਂ ਹੈ। ਕਪੂਰਥਲੇ ਜ਼ਿਲ੍ਹੇ ਵਿੱਚ 954 ਕਿੱਲੇ ਜ਼ਮੀਨ ਹੈ, ਜਿਸ ਵਿੱਚੋਂ ਫਗਵਾੜਾ ਦੇ ਵਿੱਚ 7 ਕਨਾਲ 15 ਮਰਲੇ ਲਵਲੀ ਯੂਨੀਵਰਸਿਟੀ ਦੇ ਕੋਲ ਵੀ ਹੈ, ਜਿਨ੍ਹਾਂ ਦੇ ਮਾਲਕ ਨੂੰ ਹੁਣੇ ਰਾਜ ਸਭਾ ਦੇ ਮੈਂਬਰ ਬਣਾਇਆ ਗਿਆ ਆਮ ਆਦਮੀ ਪਾਰਟੀ ਵੱਲੋਂ। ਜਲੰਧਰ ਵਿੱਚ 31 ਲੋਕਾਂ ਦਾ 183 ਕਿੱਲਿਆਂ ਤੇ 17 ਮਰਲਿਆਂ ਦੇ ਉੱਪਰ ਕਬਜ਼ਾ ਦੱਸਿਆ ਜਾਂਦਾ ਹੈ। ਇਹਨਾਂ ਦੇ ਵਿੱਚੋਂ ਮੌਜੂਦਾ ਮੈਂਬਰ ਪਾਰਲੀਮੈਂਟ ਦਿੱਲੀ ਤੋਂ ਗਾਇਕ ਜਿਹੜੇ ਨੇ ਹੰਸਰਾਜ ਹੰਸ, ਉਹਨਾਂ ਦੇ ਬੇਟੇ ਦੇ ਨਾਮ ਤੇ ਪਿੰਡ ਸ਼ਫੀਪੁਰ ਦੇ ਵਿੱਚ ਵੀ ਕੋਈ ਜ਼ਮੀਨ ਦੱਸੀ ਜਾਂਦੀ ਹੈ ਜੋ ਉਹ ਵਾਹੁੰਦੇ ਨੇ ਜਾਂ ਉਹਨਾਂ ਦੇ ਕੋਲ ਕਬਜ਼ਾ ਹੈ। ਇਸੇ ਤਰ੍ਹਾਂ ਨਵੇਂ ਸ਼ਹਿਰ ਦੇ ਵਿੱਚ 19 ਏਕੜ, ਅੰਮ੍ਰਿਤਸਰ 'ਚ 276, ਤਰਨਤਾਰਨ ਵਿੱਚ 200 ਏਕੜ ਦੇ ਲਗਭਗ, ਗੁਰਦਾਸਪੁਰ 'ਚ 645 ਏਕੜ ਦੇ ਲਗਭਗ। ਹੁਣ ਇਸ ਤੋਂ ਇਲਾਵਾ ਪਠਾਨਕੋਟ ਦੇ ਵਿੱਚ ਦੱਸਿਆ ਗਿਆ ਕਿ ਇੱਕੋ ਵਿਅਕਤੀ ਦੇ ਕੋਲ 100 ਏਕੜ ਤੋਂ ਵੱਧ ਜ਼ਮੀਨ ਤੇ ਉਹ ਕਾਬਜ਼ ਹੈ। ਹੁਣ ਇਸ ਤੋਂ ਇਲਾਵਾ ਕੁਝ ਉਹ ਜ਼ਮੀਨਾਂ ਵੀ ਹਨ ਜੋ ਤਕਰੀਬਨ 1600-1700 ਏਕੜ ਹੈ, ਜਿਨ੍ਹਾਂ ਦੇ ਬਾਰੇ ਕੋਈ ਕੇਸ ਚੱਲ ਰਹੇ ਨੇ ਅਦਾਲਤਾਂ ਦੇ ਵਿੱਚ। ਉਹਨਾਂ ਵਿੱਚੋਂ ਵੀ ਕਪੂਰਥਲਾ ਮੋਹਰੀ ਹੈ 981 ਏਕੜ, ਜਲੰਧਰ 740, ਨਵਾਂ ਸ਼ਹਿਰ 75, ਹੁਸ਼ਿਆਰਪੁਰ 400, ਅੰਮ੍ਰਿਤਸਰ 375। ਹੁਣ ਕੁਝ ਕੇਸ ਜਿਹੜੇ ਨੇ ਜਿਨ੍ਹਾਂ ਦੇ ਬਾਰੇ ਜਿਹੜੇ ਸਰਕਾਰੀ ਮਹਿਕਮੇ ਨੇ, ਪੰਚਾਇਤਾਂ ਨੇ, ਪੰਚਾਇਤ ਵਿਭਾਗ ਹੈ ਜਾਂ ਜਿਹੜੇ ਮਹਿਕਮੇ ਦੀਆਂ ਥਾਂ ਉਹ ਜ਼ਮੀਨਾਂ ਨੇ, ਉਹਨਾਂ ਵੱਲੋਂ ਕੇਸ ਜਿੱਤ ਲੈ ਗਏ ਨੇ ਕਿ ਸਾਡੀਆਂ ਨੇ ਭਾਈ ਇਹਨੂੰ ਖਾਲੀ ਕਰਵਾਇਆ ਜਾਵੇ, ਉਹ ਵੀ ਖਾਲੀ ਨਹੀਂ ਹੋਈਆਂ। ਉਹ ਵੀ ਇਸੇ ਤਰ੍ਹਾਂ ਜਿਵੇਂ ਮੈਂ ਪਹਿਲਾਂ ਅੰਕੜੇ ਦੱਸੇ ਨੇ, ਉਹਨਾਂ ਦੇ ਨਾਲ ਮਿਲਦੇ ਜੁਲਦੇ ਅੰਕੜੇ ਨੇ। ਇਸੇ ਤਰ੍ਹਾਂ ਹੀ ਵੱਡੀਆਂ ਜਾਇਦਾਦਾਂ ਜਿਹੜੀਆਂ ਨੇ ਉਹ ਸਾਂਭੀਆਂ ਹੋਈਆਂ ਨੇ ਤੇ ਉਹਨਾਂ ਬਾਰੇ ਬਹੁਤ ਵਾਰੀ ਨੋਟੀਫਿਕੇਸ਼ਨ ਜਾਰੀ ਹੋ ਚੁੱਕੇ ਨੇ, ਅਦਾਲਤਾਂ ਵੱਲੋਂ ਹੁਕਮ ਜਾਰੀ ਹੋ ਚੁੱਕੇ ਨੇ, ਲੇਕਿਨ ਹੁਕਮਾਂ ਦੀ ਤਾਮੀਲ ਨਹੀਂ ਕਰਵਾਈ ਗਈ। ਅਜੇ ਤੱਕ ਜਿਹੜੇ ਕਾਬਜ਼ ਲੋਕ ਨੇ ਉਹ ਕਾਬਜ਼ ਨੇ। ਬਹੁਤ ਥੋੜ੍ਹੇ ਅਜਿਹੇ ਕੇਸ ਦੱਸੇ ਜਾ ਰਹੇ ਨੇ ਜਿੱਥੇ ਪੰਚਾਇਤਾਂ ਨੇ ਇਕੱਤਰ ਹੋ ਕੇ ਜਾਂ ਕੁਝ ਵਿਅਕਤੀਆਂ ਵੱਲੋਂ ਇੰਟਰਸਟ ਲੈ ਕੇ ਜਾਂ ਕੁਝ ਖਾਸ ਲੋਕਾਂ ਨੇ ਆਪਣੇ ਤੌਰ ਤਰੀਕੇ ਨਾਲ ਫਿਰ ਉਸ ਨੂੰ ਨਜਿੱਠਣ ਦਾ ਯਤਨ ਕੀਤਾ ਤੇ ਜ਼ਮੀਨਾਂ ਛੁਡਵਾ ਲਈਆਂ ਨੇ। ਹੁਣ ਸਾਨੂੰ ਇਹਨਾਂ ਦਾ ਪਤਾ ਹੈ ਕਿ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਕਲਾਨੌਰ ਜਿਹੜਾ ਕਸਬਾ ਹੈ, ਕਲਾਨੌਰ ਦੀ ਸਭ ਤੋਂ ਜ਼ਿਆਦਾ ਜ਼ਮੀਨ ਜਿਹੜੀ ਹੈ ਪੰਚਾਇਤ ਦੀ ਦੱਸੀ ਜਾਂਦੀ ਹੈ। ਇਹ ਉਹ ਇਤਿਹਾਸਿਕ ਥਾਂ ਹੈ ਜਿੱਥੇ ਬਾਦਸ਼ਾਹ ਅਕਬਰ ਦੀ ਤਾਜ਼ਪੋਸ਼ੀ ਹੋਈ ਸੀ ਤੇ ਉਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਕੰਢੀ ਖੇਤਰ ਦੇ ਵਿੱਚ ਦਰਿਆਵਾਂ ਦੇ ਨਾਲ ਲੱਗਦੀਆਂ ਜ਼ਮੀਨਾਂ ਨੇ, ਉਹਨਾਂ ਦੇ ਉੱਪਰ ਵੀ ਨਾਜਾਇਜ਼ ਕਬਜ਼ੇ ਹੋਏ ਨੇ। ਔਰ ਉਹ ਕਬਜ਼ੇ ਕਹਿੰਦੇ ਨੇ ਕਿ ਜ਼ਿਆਦਾ ਕਰਕੇ ਰਸੂਖਵਾਨ ਲੋਕਾਂ ਦੇ ਨੇ ਤੇ ਸਿਆਸਤਦਾਨਾਂ ਦੇ ਸੰਬੰਧੀਆਂ ਦੇ ਨੇ ਜਾਂ ਡਾਇਰੈਕਟ ਸਿਆਸਤਦਾਨਾਂ ਦੇ ਨੇ ਜਾਂ ਵੱਡੇ ਵਪਾਰੀਆਂ ਦੇ ਨੇ। ਕਈਆਂ ਨੇ ਤਾਂ ਇਸ ਹਿਸਾਬ ਨਾਲ ਦੱਸਿਆ ਜਾਂਦਾ ਹੈ ਕਿ ਬਹੁਤ ਸਾਰੀਆਂ ਜਗ੍ਹਾ ਤੇ ਪੱਕੀਆਂ ਉਸਾਰੀਆਂ ਵੀ ਕਰ ਲਈਆਂ ਨੇ, ਜਿਵੇਂ ਕਿ ਉਹਨਾਂ ਨੂੰ ਕੋਈ ਡਰ ਨਾ ਹੋਵੇ ਕਿ ਕੱਲ੍ਹ ਨੂੰ ਕੋਈ ਉਹਨਾਂ ਤੇ ਕਾਰਵਾਈ ਵਗੈਰਾ ਵੀ ਕਰ ਸਕਦਾ ਹੈ। ਔਰ ਸਭ ਤੋਂ ਜਿਹੜੀ ਇੱਕ ਬੜੀ ਅਜੀਬੋ-ਗਰੀਬ ਗੱਲ ਹੈ ਉਹ ਹੈ ਕਿ ਬਹੁਤ ਸਾਰੀਆਂ ਜਗ੍ਹਾ ਤੇ ਨਿਸ਼ਾਨਦੇਹੀ ਜਦੋਂ ਕੀਤੀ ਗਈ ਕਿ ਇਸ ਸਰਕਾਰੀ ਜਾਇਦਾਦ ਦੇ ਉੱਪਰ ਕੀ ਉਸਾਰੀ ਹੋਈ ਹੈ ਤੇ ਉਹਨਾਂ ਵਿੱਚ ਗੁਰਦੁਆਰਾ ਸਾਹਿਬ ਦੀਆਂ ਇਮਾਰਤਾਂ ਵੀ ਜ਼ਿਕਰ ਆਉਂਦੇ ਨੇ ਕਿ ਬਹੁਤ ਸਾਰੇ ਪਿੰਡਾਂ ਜਾਂ ਕਸਬਿਆਂ ਦੇ ਵਿੱਚ ਗੁਰਦੁਆਰਾ ਸਾਹਿਬ ਜਿਹੜੇ ਨੇ ਉਹ ਪੰਚਾਇਤਾਂ ਦੀਆਂ ਜ਼ਮੀਨਾਂ ਦੇ ਉੱਪਰ ਉਸਰੇ ਹੋਏ ਨੇ। ਉਹ ਇਸ ਤਰ੍ਹਾਂ ਵੀ ਹੈ ਕਿ ਜਦੋਂ ਪਾਕਿਸਤਾਨ ਤੋਂ ਲੋਕ ਉੱਜੜ ਕੇ ਆਏ ਤੇ ਜਦੋਂ ਇੱਥੋਂ ਵੀ ਲੋਕ ਗਏ ਤੇ ਪਾਕਿਸਤਾਨ ਵਿੱਚ ਪਹੁੰਚ ਗਏ, ਉਹਨਾਂ ਦੀਆਂ ਜਾਇਦਾਦਾਂ ਜੋ ਪਿੰਡਾਂ ਦੇ ਵਿੱਚ ਮੌਜੂਦ ਸੀ, ਚਾਹੇ ਉਹ ਲਾਲ ਲਕੀਰ ਦੇ ਅੰਦਰ ਸੀ ਜਾਂ ਬਾਹਰ ਸੀ, ਉਹਨਾਂ ਨੂੰ ਸਰਕਾਰ ਨੇ ਆਪਣੇ ਕਬਜ਼ੇ ਅਧੀਨ ਲੈ ਲਿਆ ਸੀ। ਕਸਟੋਡੀਅਨ ਦੀ ਜਗ੍ਹਾ ਉਸ ਨੂੰ ਆਖਿਆ ਜਾਂਦਾ ਕਿ ਕਸਟਡੀ ਦੇ ਵਿੱਚ ਉਸ ਨੂੰ ਆਪਣੀ ਦੇ ਵਿੱਚ ਲੈ ਲਿਆ ਸੀ ਕਿ ਇਹ ਹੁਣ ਸਰਕਾਰ ਦੀ ਮਲਕੀਅਤ ਹੋਈ ਹੈ ਤੇ ਸਰਕਾਰ ਜਿਹੜੀ ਹੈ ਇਸ ਨੂੰ ਦੇਖੇਗੀ ਕਿ ਇਸ ਦਾ ਬਿਹਤਰ ਉਪਯੋਗ ਕਿਵੇਂ ਕਰਨਾ ਹੈ ਸਮਾਂ ਪਾ ਕੇ। ਹੁਣ ਉਹ ਵੀ ਸਮਾਂ ਸੀ ਜਦੋਂ ਪੰਜਾਬ ਦੇ ਵਿੱਚ ਇਹੋ ਜਿਹੀਆਂ ਜਗ੍ਹਾ ਜਿਹੜੀਆਂ ਸੀ ਉਹਨਾਂ ਦੀ ਮਹੱਤਤਾ ਇੰਨੀ ਜ਼ਿਆਦਾ ਨਹੀਂ ਸੀ, ਉਹਨਾਂ ਨੂੰ ਤਿਆਰ ਕਰਨ ਦਾ ਸਭ ਕੁਝ ਕਰਨ ਦਾ ਖਰਚਾ ਜਿਹੜਾ ਹਰ ਕੋਈ ਕਰ ਨਹੀਂ ਸੀ ਸਕਦਾ। ਫਿਰ ਜ਼ਾਹਿਰਾ ਤੌਰ ਤੇ ਵੱਡੇ ਲੋਕਾਂ ਨੇ ਹੱਥ ਪਾਉਣੇ ਸਨ ਤੇ ਉਹਨਾਂ ਨੂੰ ਫਿਰ ਉਹਨਾਂ ਤੇ ਕਬਜ਼ਾ ਕਰਨ ਦੀਆਂ ਕੋਸ਼ਿਸ਼ਾਂ ਹੋਈਆਂ
ਤੇ ਇਸੇ ਤਰ੍ਹਾਂ ਉਹ ਕਸਟੋਡੀਅਨ ਦੀਆਂ ਜਗ੍ਹਾ ਜਿਹੜੀਆਂ ਬਹੁਤ ਸਾਰੀਆਂ ਨੇ, ਬਹੁਤ ਸਾਰੇ ਲੋਕਾਂ ਨੇ ਕਮਾਈ ਇਸ ਤੋਂ ਕੀਤੀ ਹੋਈ ਹੈ। ਸਿਆਸਤਦਾਨ ਲੋਕ ਨੇ, ਕਿਉਂਕਿ ਇਹਨਾਂ ਜਾਇਦਾਦਾਂ ਦੇ ਅੰਕੜੇ ਜਿਹੜੇ ਨੇ ਸਵਲੀਨ, ਇਹ ਸਮਝਣ ਦੀ ਲੋੜ ਹੈ ਕਿ ਉਹ ਅੰਕੜੇ ਕਿਸ ਦੇ ਕੋਲ ਹੁੰਦੇ ਨੇ। ਅੱਜ ਕੱਲ੍ਹ ਤੇ ਜਿਹੜਾ ਜਿਵੇਂ ਫਰਦ ਆਨਲਾਈਨ ਨਿਕਲਦੀ ਹੈ, ਤੁਸੀਂ ਪੰਚਾਇਤ ਦੇ ਜਾਂ ਪੰਚਾਇਤ ਦੀ ਜ਼ਮੀਨ ਦੀ ਫਰਦ ਸਾਰੇ ਪਿੰਡ ਦੀ ਕਢਵਾ ਲਓ ਤੇ ਤੁਹਾਨੂੰ ਪਤਾ ਲੱਗ ਜਾਵੇਗਾ ਕਿ ਇੱਥੇ ਕਿੰਨੇ ਮੁਮਕਿਨ ਤੇ ਗੈਰ ਮੁਮਕਿਨ, ਭਾਵ ਵਾਹੀਯੋਗ ਤੇ ਨਾ ਵਾਹੀਯੋਗ ਕਿੰਨੀਆਂ ਜਾਇਦਾਦਾਂ ਨੇ। ਸੋ ਉਹਨਾਂ ਦੀ ਨਿਸ਼ਾਨਦੇਹੀ ਬਾਅਦ ਵਿੱਚ ਪਟਵਾਰੀ ਦੇ ਰਜਿਸਟਰ ਨਾਲ ਮੈਚ ਕਰਕੇ ਲਈ ਜਾ ਸਕਦੀ ਹੈ ਕਿ ਆ ਇੰਨੀ ਫਰਦ, ਜੇ ਕਿਸੇ ਪਿੰਡ ਵਿੱਚ 20 ਏਕੜ ਫਰਦ ਜਿਹੜੀ ਹੈ ਨਿਕਲਦੀ ਹੈ ਪੰਚਾਇਤ ਦੀ ਜ਼ਮੀਨ ਦੀ, ਤੇ ਪੰਚਾਇਤ ਦੇ ਜਿਹੜਾ ਪਟਵਾਰੀ ਦੇ ਕੋਲ ਉਸ ਦਾ ਪੂਰਾ ਇੱਕ ਮੁਸਾਵੀ ਹੁੰਦੀ ਹੈ, ਨਕਸ਼ਾ ਮੈਪ ਬਣਿਆ ਹੁੰਦਾ ਹੈ, ਉਸ ਦੇ ਉੱਪਰੋਂ ਪਤਾ ਲੱਗ ਸਕਦਾ ਹੈ ਕਿ ਇਹ ਅਸਲ ਵਿੱਚ ਕਿੱਥੇ ਮੌਜੂਦ ਹੈ ਤੇ ਇਸ ਵੇਲੇ ਕਿਸ ਦੇ ਕੋਲ ਹੈ। ਉਹ ਸੌਖਾ ਹੋ ਗਿਆ ਕੰਮ। ਪਰ ਉਸ ਤੋਂ ਪਹਿਲਾਂ ਇਹ ਜਿਹੜੇ ਹਾਕਮ ਲੋਕ ਸਨ, ਉਹ ਉਸ ਤੇ ਕਬਜ਼ਾ ਕਰ ਬੈਠੇ ਨੇ ਤੇ ਕਰ ਚੁੱਕੇ ਨੇ। ਉਹ ਕਿਸ ਤਰੀਕੇ ਨਾਲ? ਕਿਉਂਕਿ ਇਹਨਾਂ ਅੰਕੜਿਆਂ ਤੱਕ ਆਮ ਲੋਕਾਂ ਦੀ ਪਹੁੰਚ ਨਹੀਂ ਸੀ। ਔਰ ਉਹ ਅੰਕੜੇ ਫਿਰ ਕਿਸ ਨੂੰ ਉਪਲਬਧ ਹੁੰਦੇ ਸੀ? ਮੰਤਰੀ ਸਾਹਿਬ ਦਾ ਕੀ ਹੈ, MLA ਸਾਹਿਬ ਦਾ ਕੀ ਹੈ? ਉਹਨਾਂ ਤੇ ਆਪਣੇ ਦਫ਼ਤਰ ਦੇ ਵਿੱਚ ਬੈਠ ਕੇ ਫੋਨ ਕਰਨਾ ਹੈ ਪਟਵਾਰੀ ਨੂੰ ਕਿ ਭਾਈ ਲੈ ਆ ਰਜਿਸਟਰ, ਕਿਹੜੇ ਕਿਹੜੇ ਪਿੰਡ ਦੇ ਵਿੱਚ ਪੰਚਾਇਤ ਦੀ ਜ਼ਮੀਨ ਅਜੇ ਬਾਕੀ ਪਈ ਹੈ ਤੇ ਲਿਆਓ ਦੇਖੀਏ ਉਹਦਾ ਕੀ ਕਰਨਾ ਹੈ। ਫਿਰ ਬੋਲੀਆਂ ਕਰਨ ਦੇ ਗੈਰ ਪਾਰਦਰਸ਼ੀ ਢੰਗ, ਪੰਚਾਇਤਾਂ ਦੀਆਂ ਜ਼ਮੀਨਾਂ ਤੇ ਸਹੀ ਮਾਇਨਿਆਂ ਦੇ ਵਿੱਚ ਸਰਕਾਰਾਂ ਨੇ ਕਨੈਕਸ਼ਨ ਵੀ ਦਿੱਤੇ ਹੋਏ ਸੀ ਤਾਂ ਕਿ ਉਹਨਾਂ ਤੋਂ ਚੋਖੀ ਆਮਦਨ ਜਿਹੜੀ ਆ ਪਿੰਡਾਂ ਦੇ ਵਿਕਾਸ ਵਾਸਤੇ ਜਿਹੜੀ ਆ ਉਹ ਲਾਈ ਜਾ ਸਕੇ। ਜਿਸ ਪਿੰਡ ਵਿੱਚ ਪੰਚਾਇਤ ਦੀ ਜ਼ਮੀਨ ਹੁੰਦੀ ਹੈ, ਉਸ ਦਾ ਅਗਰ ਉਸ ਦੀ ਜ਼ਮੀਨ ਤੋਂ ਆਮਦਨ ਆਉਂਦੀ ਹੈ ਠੇਕੇ ਤੇ ਦੇ ਕੇ ਜਾਂ ਹੋਰ ਕਿਸੇ ਕੰਮ ਤੋਂ, ਉਸ ਆਮਦਨ ਨੂੰ ਸਰਕਾਰ ਦੇ ਨਾਲ ਸਾਂਝਾ ਕੀਤਾ ਜਾਂਦਾ। ਕੁਝ ਪਰਸੈਂਟੇਜ ਸਰਕਾਰ ਨੂੰ ਜਾਂਦਾ, ਬਾਕੀ ਪਿੰਡਾਂ ਦੇ ਵਿਕਾਸ ਵਾਸਤੇ ਲਾਇਆ ਜਾਂਦਾ। ਪਰ ਉਹ ਸਭ ਕੁਝ ਜਿਹੜਾ ਸੀ ਖਟਾਈ ਵਿੱਚ ਪੈ ਗਿਆ। ਕੁਝ ਅੰਕੜਿਆਂ ਦੇ ਜ਼ਿਲ੍ਹੇ 10,500 10,500 ਕਿੱਲੇ ਜ਼ਮੀਨ ਦਾ, ਜਿੱਥੇ ਅੱਜ ਇੰਨੀ ਸਕੇਅਰਸਿਟੀ ਹੋ ਰਹੀ ਹੈ, ਸਾਨੂੰ ਲੱਭ ਕੁਝ ਨਹੀਂ ਰਿਹਾ। ਔਰ ਹਾਈਵੇ ਨਿਕਲਣ ਵਾਸਤੇ ਲੋਕਾਂ ਤੋਂ ਵੱਡੇ ਵੱਡੇ ਹਾਈਵੇ ਜਿਹੜੇ ਨੇ ਨਿਕਲ ਰਹੇ ਨੇ ਤੇ ਰੋਜ਼ ਅਖਬਾਰ ਦੇ ਵਿੱਚ ਫਰਦਾਂ ਲੱਗ ਰਹੀਆਂ ਨੇ ਤੇ ਲੋਕਾਂ ਕੋਲੋਂ ਜ਼ਮੀਨਾਂ ਖੋਹੀਆਂ ਜਾ ਰਹੀਆਂ ਨੇ ਇੱਕ ਕਿਸਮ ਦੀਆਂ, ਤੇ ਲੋਕ ਵੀ ਇਹ ਕਹਿ ਰਹੇ ਨੇ ਕਿ ਸਾਨੂੰ ਪੂਰਾ ਮੁੱਲ ਨਹੀਂ ਦਿੱਤਾ ਜਾ ਰਿਹਾ। ਪਰ ਤਰੱਕੀ ਹੋਣੀ ਹੈ, ਇਹ ਕੰਮ ਹੋਵੇਗਾ। ਤੇ ਸਰਕਾਰਾਂ ਆਪਣੇ ਕੰਮ ਲਈ ਸੁਹਿਰਦ ਕਿਉਂ ਨਹੀਂ ਸੀ? ਕੀ ਇਹ ਜਿਹੜੇ ਅੰਕੜੇ ਇਸ ਤਰ੍ਹਾਂ ਦੇ ਪਹਿਲੀ ਵਾਰ ਨਿਕਲ ਕੇ ਸਾਹਮਣੇ ਆਏ ਨੇ, ਕੀ ਨਵੀਂ ਸਰਕਾਰ ਇਸ ਤੇ ਕੋਈ ਕਾਰਵਾਈ ਕਰੇਗੀ? ਅਜੇ ਕਹਿ ਨਹੀਂ ਸਕਦੇ, ਪਰ ਇਹ ਹੈਰਾਨੀਜਨਕ ਅੰਕੜੇ ਨੇ। ਜੇ ਬਾਰੀਕੀ ਨਾਲ ਘੋਖ ਕੀਤੀ ਜਾਵੇ, ਇਹਨਾਂ ਅੰਕੜਿਆਂ ਵਿੱਚ ਕਿਤੇ ਵਾਧਾ ਹੋਵੇਗਾ, ਘਟਣ ਵਾਲੇ ਅੰਕੜੇ ਨਹੀਂ। ਜੀ, ਅਗਲੀ ਗੱਲ ਕਰਾਂਗੇ ਸੌਦਾ ਸਾਧ ਰਾਮ ਰਹੀਮ ਦੀ, ਪਰ ਇਸ ਵੇਲੇ ਵੇਲਾ ਇੱਕ ਨਿੱਕੀ ਜਿਹੀ ਬ੍ਰੇਕ ਦਾ ਆ। ਜਲਦ ਹਾਜ਼ਰ ਹੁੰਦੇ ਹਾਂ। ਬ੍ਰੇਕ ਤੋਂ ਬਾਅਦ ਵਿਚਾਰ ਚਰਚਾ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ। ਕੁਲਦੀਪ ਜੀ, ਗੱਲ ਕਰਦੇ ਹਾਂ ਸੌਦਾ ਸਾਧ ਰਾਮ ਰਹੀਮ ਦੀ। ਜੇਲ੍ਹ 'ਚ ਬਾਬਾ ਬੰਦ ਹੈ ਤੇ ਫਰਲੋ ਜਿਹੜੀ ਉਹ ਬੜੇ ਆਰਾਮ ਨਾਲ ਬਾਬੇ ਨੂੰ ਮਿਲ ਜਾਂਦੀ ਹੈ। ਕੀ ਬਾਬਾ ਸੱਚੀ ਖਤਰਨਾਕ ਅਪਰਾਧੀ ਹੈ ਜਾਂ ਫਿਰ ਜਿਹੜੇ ਪ੍ਰੇਮੀ ਨੇ ਉਹਨਾਂ ਦੇ ਪਿਤਾ ਜੀ ਤੇ ਨਜਾਇਜ਼ ਇਲਜ਼ਾਮ ਲੱਗ ਰਹੇ ਨੇ? 6 ਕਰੋੜ ਪੈਰੋਕਾਰ ਨੇ ਬਾਬੇ ਦੇ। ਦੇਖੋ, ਇਹਨਾਂ ਗੱਲਾਂ ਤੇ ਪਹਿਲਾਂ ਮੈਨੂੰ ਡਾਊਟ ਹੈ ਕਿ ਆਂਕੜਿਆਂ ਦੀ ਕਿਹੜਾ ਕੋਈ ਮਰਦਮਸ਼ੁਮਾਰੀ ਹੋਈ ਹੈ ਜਾਂ ਰਾਏਸ਼ੁਮਾਰੀ ਹੋਈ ਹੈ ਕਿਤੇ। ਕਿ ਜਦੋਂ ਪੁੱਛਿਆ ਜਾਂਦਾ ਹੈ ਲੋਕਾਂ ਨੂੰ ਰਾਏਸ਼ੁਮਾਰੀ ਦੇ ਵਿੱਚ ਕਿ ਤੁਸੀਂ ਕਿਹੜੀ ਜ਼ਾਤ ਨਾਲ ਸੰਬੰਧਿਤ ਹੋ, ਕਿਹੜੇ ਧਰਮ ਨੂੰ ਮੰਨਦੇ ਹੋ, ਕਿਹੜੀ ਬੋਲੀ ਬੋਲਦੇ ਹੋ, ਮਾਂ ਬੋਲੀ ਤੁਹਾਡੀ ਕੀ ਹੈ, ਇਸ ਤਰ੍ਹਾਂ ਦੇ ਵਗੈਰਾ ਵਗੈਰਾ ਆਮਦਨ ਦੇ ਸਾਰੇ ਜਿਹੜੇ ਇੱਕ ਲੰਬਾ ਰਜਿਸਟਰ ਹੁੰਦਾ, ਤੁਸੀਂ ਫਾਰਮ ਦੇਖੇ ਹੋਣਗੇ। ਕਿ ਬਾਬੇ ਦੀ ਜਿਹੜੀ 6 ਕਰੋੜ ਦੀ ਗਿਣਤੀ ਹੈ ਉਹ ਉਸ ਰਜਿਸਟਰ ਦੇ ਹਿਸਾਬ ਨਾਲ ਹੈ ਤੇ ਆਉਂਦੀ ਵੀ ਵੋਟਾਂ ਤੋਂ ਕੁਝ ਦਿਨ ਪਹਿਲਾਂ ਆ ਮੀਡੀਆ ਰਿਪੋਰਟਸ 'ਚ ਕਿ 6 ਕਰੋੜ ਬੰਦਾ ਬਾਬੇ ਪਿੱਛੇ ਆ ਜੀ। ਤੇ ਜੇ 6 ਕਰੋੜ ਸੀ ਤਾਂ ਫਿਰ ਪੰਜਾਬ ਦੇ ਜਿਹੜੇ ਵਿਧਾਨ ਸਭਾ ਦੇ ਨਤੀਜੇ ਨੇ ਇਹ ਨਹੀਂ ਸੀ ਹੋਣੇ ਚਾਹੀਦੇ ਜੋ ਆਏ ਨੇ। 3 ਕਰੋੜ ਆਬਾਦੀ ਹੈ ਪੰਜਾਬ ਦੀ। ਖੈਰ, ਗੱਲ ਕਰਦੇ ਹਾਂ ਜੀ। ਸੌਦਾ ਸਾਧ ਸੁਨਾਰੀਆ ਜੇਲ੍ਹ ਦੇ ਵਿੱਚ ਇਸ ਵੇਲੇ ਬੰਦ ਹੈ। 2-3 ਵਾਰੀ ਉਸਨੂੰ ਫਰਲੋ ਮਿਲ ਚੁੱਕੀ ਹੈ। ਹੋਇਆ ਤੇ ਤੁਹਾਨੂੰ ਪਤਾ ਸਾਰਿਆਂ ਨੂੰ ਕਿ ਕੀ ਹੋਇਆ ਸੀ ਕਿ ਜਦੋਂ ਸਜ਼ਾ ਸੁਣਾਈ ਗਈ ਤੇ ਉਸ ਦਿਨ ਤੋਂ ਬਾਬਾ ਸਲਾਖਾਂ ਦੇ ਪਿੱਛੇ ਪਹੁੰਚ ਗਿਆ। ਇੱਕ ਇਲਜ਼ਾਮ ਸਾਬਤ ਹੋਇਆ, ਦੂਸਰਾ ਹੋ ਗਿਆ ਤੇ ਫਿਰ ਤੀਸਰਾ ਹੋ ਗਿਆ, ਦੋਹਰੀ ਤੇਹਰੀ ਤੇ ਉਮਰ ਕੈਦ ਉਹ ਭੁਗਤ ਰਿਹਾ। ਹੁਣ ਅਦਾਲਤ ਨੂੰ ਇੱਕ ਪਟੀਸ਼ਨ ਕਿਸੇ ਵਿਅਕਤੀ ਵੱਲੋਂ ਪਾਈ ਗਈ ਸੀ। ਉਹ ਪਟੀਸ਼ਨ ਪਾਉਣ ਵਾਲੇ ਆਜ਼ਾਦ ਉਮੀਦਵਾਰ ਸਨ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ। ਉਹਨਾਂ ਨੇ ਪਾਈ ਹੋਈ ਸੀ ਕਿ ਇਹ ਜਿਹੇ ਵਿਅਕਤੀ ਨੂੰ ਵਾਰ-ਵਾਰ ਫਰਲੋ ਦਿੱਤੀ ਕਿਉਂ ਜਾ ਰਹੀ ਹੈ। ਉਸ ਨੂੰ 21 ਦਿਨ ਦੀ ਚੋਣਾਂ ਤੋਂ ਐਨ ਮੌਕੇ ਪਹਿਲਾਂ ਫਰਲੋ ਦੇ ਦੇਣੀ ਇਹ ਚੰਗੀ ਗੱਲ ਹੈ। ਮੈਂ ਸਮਝਦਾ ਸੀ ਆਪਣੇ ਤੌਰ ਤੇ ਅਸੀਂ ਜੋ ਪ੍ਰੋਗਰਾਮ ਕੀਤਾ ਸੀ ਉਸ ਦੇ ਬਾਰੇ ਮੈਂ ਥੋੜ੍ਹਾ ਜਿਹਾ ਖੁਲਾਸਾ ਕਰਨਾ ਚਾਹੁੰਦਾ ਕਿ ਦੇਖੋ, ਰੇਪ ਦਾ ਕੇਸ ਵੀ ਉਸ 'ਤੇ ਹੈ
ਪਰ ਨਾਲ ਦੀ ਨਾਲ ਰਾਮਚੰਦਰ ਛਤਰਪਤੀ ਦੇ ਕਤਲ ਦਾ ਕੇਸ ਵੀ ਉਸ ਦੇ ਉੱਪਰ ਹੈ, ਜਿਸ ਦੇ ਵਿੱਚ ਉਹ ਸਜ਼ਾ ਭੁਗਤ ਰਿਹਾ। ਰਾਮਚੰਦਰ ਛਤਰਪਤੀ ਦੇ ਬੇਟੇ, ਜਿਸ ਪੱਤਰਕਾਰ ਦਾ ਕਤਲ ਕਰਵਾ ਦਿੱਤਾ ਗਿਆ ਸੀ ਰਾਮ ਰਹੀਮ ਵੱਲੋਂ, ਉਸ ਦੇ ਬੇਟੇ ਨੇ ਕਿਹਾ ਕਿ ਇਸ ਵਿਅਕਤੀ ਨੂੰ ਇਸ ਤਰ੍ਹਾਂ ਪੈਰੋਲ ਤੇ ਛੱਡਣਾ ਸਾਡੇ ਲਈ ਬਹੁਤ ਮਾੜੀ ਗੱਲ ਹੈ, ਕਿਉਂਕਿ ਸਾਡੇ ਨਾਲ ਇੰਨਾ ਲੰਬਾ ਸਮਾਂ ਅਸੀਂ ਲੜਾਈ ਲੜ ਕੇ ਕਾਨੂੰਨੀ ਤੇ ਇੱਥੇ ਪਹੁੰਚੇ ਹਾਂ, ਕੱਲ੍ਹ ਨੂੰ ਇਸ ਦੇ ਇਸ਼ਾਰੇ ਤੇ ਸਾਡੇ ਨਾਲ ਕੁਝ ਹੋਰ ਹੋ ਜਾਂਦਾ ਤਾਂ ਫਿਰ ਕੌਣ ਜ਼ਿੰਮੇਵਾਰ ਹੋਵੇਗਾ। ਇਹ ਸਾਰੀਆਂ ਗੱਲਾਂ ਤੇ ਹਨ, ਲੇਕਿਨ ਕਾਨੂੰਨ ਆਪਣੇ ਹਿਸਾਬ ਨਾਲ ਚੱਲਦਾ ਹੈ। ਇਹ ਇੱਕ ਪਟੀਸ਼ਨ ਪਾਈ ਗਈ ਸੀ ਕਿ ਫਰਲੋ ਨਾ ਦਿੱਤੀ ਜਾਵੇ ਤੇ ਇੱਕ ਖਤਰਨਾਕ ਵਿਅਕਤੀ ਹੈ ਤੇ ਇਸ ਨੂੰ ਫਰਲੋ ਦੇਣ ਦੀ ਇਸ ਤਰ੍ਹਾਂ ਦੀ ਕਵਾਇਦ ਜਿਹੜੀ ਹੈ ਇਸ ਨੂੰ ਸਿਰੇ ਤੋਂ ਰੋਕ ਦਿੱਤਾ ਜਾਵੇ। ਪਰ ਮਾਨਯੋਗ ਅਦਾਲਤ ਨੇ ਥੋੜ੍ਹਾ ਜਿਹਾ ਹੋਰ ਤਰੀਕੇ ਨਾਲ ਇਸ ਦੇ ਬਾਰੇ ਉਸ ਦਾ ਵਿਖਿਆਨ ਕੀਤਾ ਹੈ। ਅਦਾਲਤ ਦਾ ਇਹ ਕਹਿਣਾ ਹੈ ਕਿ ਇਹ ਇੱਕ ਖਤਰਨਾਕ ਅਪਰਾਧੀ ਨਹੀਂ, ਭਾਵ ਕਿ ਇਸ ਤਰ੍ਹਾਂ ਦਾ ਕੋਈ ਅਫੈਂਡਰ ਨਹੀਂ ਹੈ ਜਿਸ ਤੋਂ ਕੋਈ ਸਾਨੂੰ ਬਾਰ-ਬਾਰ ਹੁਣ ਕੋਈ ਇਸ ਤਰ੍ਹਾਂ ਦੇ ਜਿਹੜੇ ਹਨ ਕੋਈ ਇਸ ਤਰ੍ਹਾਂ ਦੀ ਗੈਰ ਕਾਨੂੰਨੀ ਗਤੀਵਿਧੀ ਵਿੱਚ ਸ਼ਾਮਲ ਹੋਣ ਦੀ ਗੱਲ ਜਿਹੜੀ ਆ ਸਾਬਤ ਹੋ ਸਕੇ। ਹੁਣ ਗੱਲ ਤਾਂ ਇੱਥੇ ਇਹ ਵੀ ਹੈ ਕਿ ਬਾਬਾ ਰਾਮ ਰਹੀਮ ਜਦੋਂ ਉਸ ਤੇ ਬਲਾਤਕਾਰ ਦੇ ਇਲਜ਼ਾਮ ਲੱਗੇ ਸਨ ਤੇ ਉਸ ਦੇ ਪ੍ਰੋਟੈਕਸ਼ਨ ਦੇ ਵਿੱਚ ਆਪਣੇ ਆਪ ਨੂੰ ਬਚਾਉਣ ਖਾਤਰ ਇਹ ਵੀ ਕਹਿੰਦਾ ਸੀ ਕਿ ਮੇਰੇ ਤੇ ਇਲਜ਼ਾਮ ਲੱਗ ਹੀ ਨਹੀਂ ਸਕਦੇ, ਮੈਂ ਤੇ ਸਰੀਰਕ ਤੌਰ ਤੇ ਇਸ ਕਾਬਲ ਹੀ ਨਹੀਂ। ਹੁਣ ਇਹ ਬਾਬਾ ਜਾਣਦਾ ਹੈ, ਅਦਾਲਤ ਜਾਣਦੀ ਹੈ, ਡਾਕਟਰ ਜਾਣਦੇ ਨੇ, ਸਭ ਕੁਝ ਹੈ, ਪਰ ਖਤਰਨਾਕ ਅਪਰਾਧੀ ਉਹ ਨਹੀਂ ਹੈ। ਇਸ ਨੂੰ ਮਾਨਯੋਗ ਅਦਾਲਤ ਨੇ ਮੰਨਿਆ ਕਿ ਉਹ ਇੱਕ ਆਮ ਅਪਰਾਧੀ ਹੈ, ਖੈਰ ਭਾਵੇਂ ਉਸ ਨੂੰ ਦੋਹਰੀ ਤੇਰੀ ਉਮਰ ਕੈਦ ਦੀ ਸਜ਼ਾ ਹੋਈ ਹੋਵੇ। ਸੋ ਭਵਿੱਖ ਵਿੱਚ ਅਸੀਂ ਉਮੀਦ ਕਰ ਸਕਦੇ ਹਾਂ ਕਿ ਬਾਬੇ ਨੂੰ ਫੜ ਲਓ ਫੇਰ ਦਿੱਤੀ ਜਾ ਸਕਦੀ ਹੈ ਤੇ ਨਾਮ ਚਰਚਾ ਜਿਹੜੀ ਸਤਸੰਗ ਦੇ ਵਿੱਚ ਹੈ, ਖਾਸ ਘਰਾਂ ਦੇ ਵਿੱਚ, ਇਹ ਦੁਬਾਰਾ ਸ਼ੁਰੂ ਹੋ ਸਕਦੀ ਹੈ ਜੇ ਇਸੇ ਤਰ੍ਹਾਂ ਉਸ ਨੂੰ ਫੜ ਲਓ ਮਿਲਦੀ ਰਹੀ। ਪਰ ਤਾਉਮਰ ਜੇ ਉਸ 'ਤੇ ਕੇਸ ਇਸੇ ਤਰ੍ਹਾਂ ਬਣੇ ਰਹਿੰਦੇ ਨੇ, ਉੱਪਰੀਆਂ ਅਦਾਲਤਾਂ ਸਜ਼ਾ ਉਸ ਦੀ ਬਰਕਰਾਰ ਰੱਖਦੀਆਂ ਨੇ ਤੇ ਤਾਉਮਰ ਉਸ ਦੇ ਜੇਲ੍ਹ ਵਿੱਚੋਂ ਬਾਹਰ ਆਉਣ ਦੀ ਸੰਭਾਵਨਾ ਕੋਈ ਸਾਨੂੰ ਪੱਕੇ ਤੌਰ ਤੇ ਨਜ਼ਰ ਨਹੀਂ ਆਉਂਦੀ। ਹਾਂ, ਬਾਬੇ ਨੇ ਇਹ ਕਹਿ ਦਿੱਤਾ ਹੋਇਆ ਕਿ ਸੂਚੀ ਦੇ ਵਿੱਚ ਕਿ ਦੇਖੋ ਮੇਰੇ ਫਲਾਣੇ ਵਿੱਚ ਜਿਹੜੇ ਮੈਂਬਰ ਨੇ, ਫੈਮਿਲੀ ਮੈਂਬਰ ਜਿਹੜੇ ਨੇ, ਉਹ ਬਾਹਰਲੇ ਦੇਸ਼ਾਂ ਵਿੱਚ ਸੈਟਲ ਹੋਣਾ ਚਾਹੁੰਦੇ ਨੇ ਤੇ ਉੱਥੇ ਜਾਣ ਦੀ ਤਿਆਰੀ ਵਿੱਚ ਨੇ। ਹੁਣ ਪਤਾ ਨਹੀਂ ਕਿਹੜਾ ਮਹਾਦੀਪ ਬਾਬੇ ਦੇ ਪੈਰੋਕਾਰਾਂ ਵੱਲੋਂ, ਪ੍ਰੇਮੀਆਂ ਵੱਲੋਂ ਖਰੀਦ ਕੇ ਦਿੱਤਾ ਜਾਵੇਗਾ ਬਾਬੇ ਨੂੰ, ਜਾਂ ਕੋਈ ਨਵੀਂ ਦੁਨੀਆ ਵਸਾਈ ਜਾਵੇਗੀ ਤੇ ਗੁਫਾ ਦਾ ਫਿਰ ਕੀ ਬਣੇਗਾ ਤੇ ਸਿਰਸੇ ਵਾਲੇ ਡੇਰੇ ਦਾ ਕੀ ਬਣੇਗਾ ਤੇ ਹੋਰ ਇੰਨੀ ਜਗ੍ਹਾ ਤੇ ਨਾਮ ਚਰਚਾ ਕੇਂਦਰ ਜਿਹੜੇ ਬਣਾਏ ਗਏ ਨੇ, ਉੱਥੇ ਫਿਰ ਕੌਣ ਬਾਬਾ ਜੀ ਬੈਠਣਗੇ ਤੇ ਬਾਬਾ ਜੀ ਨੂੰ ਕੀ, ਜਿਵੇਂ ਹੁਣ ਜੇਲ੍ਹ ਦੇ ਬਾਹਰੋਂ ਹੀ ਨਮਸਕਾਰ ਕਰਨਾ ਪੈਂਦਾ ਹੈ, ਕਿ ਉੱਥੇ ਵੀ ਇਸ ਤਰ੍ਹਾਂ ਦਾ ਹੀ ਕੋਈ ਪ੍ਰਬੰਧ ਹੋਵੇਗਾ। ਜੀ, ਗੱਲ ਕਰਦੇ ਹਾਂ ਅੰਨਦਾਤਿਆਂ ਦੀ, ਕਿਸਾਨਾਂ ਦੀ ਗੱਲ ਕਰਦੇ ਹਾਂ। 1 ਮਹੀਨਾ ਹਾਲੇ ਹੋਇਆ ਨਹੀਂ ਨਵੀਂ ਸਰਕਾਰ ਬਣੀ ਨੂੰ, ਪਰ ਰੌਲਾ ਰੱਪਾ ਪੈ ਰਿਹਾ ਕਿ ਜਿਹੜੇ ਵੱਡੇ ਕਿਸਾਨ ਨੇ, ਜਿਹੜੇ ਥੋੜੇ ਜਿਹੇ ਅਮੀਰ ਕਿਸਾਨ ਨੇ, ਉਹਨਾਂ ਤੇ ਟੈਕਸ ਲੱਗ ਸਕਦਾ ਹੈ। ਤੇ ਕੁਲਦੀਪ ਜੀ, ਕੁਝ ਜਥੇਬੰਦੀਆਂ ਨੇ ਇਸ ਫੈਸਲੇ ਨੂੰ ਸਪੋਰਟ ਵੀ ਕੀਤਾ ਹੈ। ਕਿੰਨਾ ਕੁ ਸੱਚ ਹੈ ਇਸ ਕਹਾਣੀ ਦੇ ਪਿੱਛੇ? ਦੇਖੋ, ਗੱਲ ਇਹ ਹੈ ਜੀ ਕਿ ਜਿਹੜੀ ਖੇਤੀਬਾੜੀ ਹੈ ਇਹ ਟੈਕਸ ਤੋਂ ਐਗਜ਼ੈਂਪਟ ਹੈ, ਭਾਵ ਇਸ ਤੇ ਖੇਤੀਬਾੜੀ ਦੀ ਆਮਦਨ ਦੇ ਉੱਪਰ ਟੈਕਸ ਨਹੀਂ ਲਾਇਆ ਜਾ ਸਕਦਾ। ਹੁਣ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਅਮਿਤਾਭ ਬੱਚਨ ਜਿਹੜੇ ਨੇ ਸਾਡੇ, ਜਿਨ੍ਹਾਂ ਨੂੰ ਕਈ ਮੀਡੀਆ ਸੰਸਥਾਨਾਂ ਵੱਲੋਂ ਸਦੀ ਦੇ ਮਹਾਨਾਇਕ ਦਾ ਦਰਜਾ ਵੀ ਦੇ ਦਿੱਤਾ ਜਾਂਦਾ ਹੈ, ਜੀ ਚਲੋ ਵੱਖਰਾ ਵਿਸ਼ਾ ਹੈ, ਪਰ ਅਮਿਤਾਭ ਬੱਚਨ ਨੇ ਵੀ ਇੱਕ ਵਾਰੀ ਇੱਕ ਐਫੀਡੇਵਿਟ ਦਾਖਲ ਕੀਤਾ ਸੀ ਤੇ ਕਿਤੇ ਆਖ ਦਿੱਤਾ ਸੀ ਕਿ ਮੈਂ ਵੀ ਕਿਸਾਨ ਹਾਂ ਤੇ ਮੇਰੀ ਵੀ ਯੂਪੀ ਦੇ ਇੱਕ ਫਲਾਣੇ ਹਿੱਸੇ ਦੇ ਵਿੱਚ ਇੰਨੀ ਜ਼ਮੀਨ ਹੈ। ਕੀ ਜ਼ਮੀਨ ਦਾ ਇੱਕ ਟੁਕੜਾ ਖਰੀਦਣ ਨਾਲ ਤੁਸੀਂ ਕਿਸਾਨ ਬਣ ਜਾਂਦੇ ਹੋ? ਹੁਣ ਗੱਲ ਅਸੀਂ ਹੁਣ ਦੀ ਕਰਦੇ ਹਾਂ ਕਿ ਹੁਣ ਕੀ ਹੋ ਰਿਹਾ। ਇਹ ਮੰਨਿਆ ਜਾਂਦਾ ਹੈ ਕਿ 130 ਕਰੋੜ ਦੀ ਆਬਾਦੀ ਵਾਲੇ ਇਸ ਦੇਸ਼ ਦੇ ਵਿੱਚ ਟੈਕਸ ਦੇਣ ਵਾਲੇ ਤਕਰੀਬਨ 4.5 ਕਰੋੜ ਨੇ। ਇਸ ਵਿੱਚੋਂ ਵੀ 1.5 ਕਰੋੜ ਉਹ ਟੈਕਸਦਾਤਾ ਨੇ ਜਿਹੜੇ ਸਿਰਫ ਨਾਂ ਦਾ ਹੀ ਟੈਕਸ ਦਿੰਦੇ ਨੇ, ਜਿਨ੍ਹਾਂ ਦਾ ਯੋਗਦਾਨ ਬਹੁਤ ਥੋੜ੍ਹਾ ਹੈ। ਹੁਣ ਇਹਨਾਂ ਵਿੱਚੋਂ ਅਮਲੀ ਤੌਰ ਤੇ 3% ਨੇ ਜਿਹੜੇ ਜ਼ਿਆਦਾ ਟੈਕਸ ਦਿੰਦੇ ਨੇ ਤੇ ਸਰਕਾਰਾਂ ਟੈਕਸ ਨਾਲ ਚੱਲਦੀਆਂ ਨੇ। ਮੈਂ ਇੱਥੇ ਇਹ ਨਹੀਂ ਕਹਿ ਰਿਹਾ ਕਿ ਲਾ ਦਿੱਤਾ ਜਾਵੇ, ਥੋੜ੍ਹਾ ਜਿਹਾ ਅੰਕੜਿਆਂ ਦੀ ਗੱਲ ਕਰ ਰਹੇ ਹਾਂ ਜੀ। ਸਰਕਾਰਾਂ ਕੋਸ਼ਿਸ਼ ਕਰਦੀਆਂ ਨੇ ਕਿ ਵੱਧ ਤੋਂ ਵੱਧ ਲੋਕਾਂ ਨੂੰ ਟੈਕਸ ਦੀ ਬ੍ਰੈਕਟ ਦੇ ਵਿੱਚ ਲਿਆਂਦਾ ਜਾਵੇ। ਇਸ ਕੰਮ ਵਾਸਤੇ ਇੱਕ ਪਬਲਿਕ ਅਕਾਊਂਟਸ ਕਮੇਟੀ ਜਿਹੜੀ ਹੈ ਸਰਕਾਰ ਨੇ ਕਾਇਮ ਕੀਤੀ ਹੈ। ਸਰਕਾਰ ਨਾਲ ਫਿਰ ਉਸ ਦਾ ਵਾਰਤਾਲਾਪ ਚੱਲਿਆ ਤੇ ਸਰਕਾਰ ਨੇ ਉਹਨਾਂ ਨੂੰ ਕੋਈ ਸਿਫਾਰਿਸ਼ਾਂ ਦਿੱਤੀਆਂ ਨੇ ਤੇ ਕੁਝ ਅੰਕੜੇ ਦਿੱਤੇ ਨੇ ਕਿ ਭਾਈ ਅਸੀਂ ਇਸ ਤਰ੍ਹਾਂ ਕਰਨਾ ਚਾਹੁੰਦੇ ਹਾਂ। ਕਹਿਣਾ ਸਰਕਾਰ ਦਾ ਇਹ ਹੈ ਕਿ ਖੇਤੀਬਾੜੀ ਦੀ ਆੜ ਹੇਠ ਸਬਸਿਡੀਆਂ, ਹੋਰ ਕਈ ਜਗ੍ਹਾ ਤੇ ਕੋਈ ਇਹੋ ਜਿਹੀਆਂ ਫੈਸਿਲਿਟੀਜ਼ ਮਿਲਦੀਆਂ ਨੇ, ਟੈਕਸ ਤੋਂ ਐਗਜ਼ੈਂਪਸ਼ਨ ਹੈ, ਹੋਰ ਕਈ ਖਰਚੇ ਜਿਹੜੇ ਨੇ ਉਹ ਕੀਤੇ ਲੋਕਾਂ ਨੇ, ਵਪਾਰੀਆਂ ਨੇ ਜਾਂ ਵੱਡੇ ਧਨਾਢਾਂ ਨੇ ਜਾਂ ਸਿਆਸਤਦਾਨਾਂ ਨੇ ਕਿਤੇ ਹੋਰ ਹੁੰਦੇ ਨੇ, ਪਰ ਉਹਨਾਂ ਨੂੰ ਖੇਤੀ ਦਾ ਨਾਮ ਲੈ ਕੇ ਲੁਕੋ ਲਿਆ ਜਾਂਦਾ ਹੈ। ਸਰਕਾਰ ਦਾ ਇਹ ਕਹਿਣਾ ਹੈ ਕਿ ਹੁਣ ਅਸੀਂ ਜਿਸ ਕਿਸਾਨ ਦੀ ਆਮਦਨ ਸਾਲਾਨਾ 10 ਲੱਖ ਤੋਂ ਉੱਪਰ ਹੈ, ਉਸ ਦੇ ਭਾਵ ਕਿ ਜਿਹੜਾ ਹੁਣ ਖੇਤੀ ਦੇ ਵਿੱਚ ਜੇ ਫਾਰਮ ਬਣਦਾ ਹੈ, ਜੇ ਫਾਰਮ ਜਾਂ ਹੋਰ ਕੋਈ ਖੇਤੀ ਤੋਂ ਆਮਦਨ ਜਿਹੜੀ ਹੈ
ਉਹ 10 ਲੱਖ ਤੋਂ ਉੱਪਰ ਸਾਲਾਨਾ ਹੋਵੇਗੀ, ਉਸ ਦੇ ਫਿਰ ਖਾਤਿਆਂ ਦੀ ਬਰੀਕੀ ਨਾਲ ਜਾਂਚ ਕਰਨ ਦੀ ਕੋਸ਼ਿਸ਼ ਜਿਹੜੀ ਹੈ ਸਰਕਾਰ ਕਰੇਗੀ। ਅਜੇ ਬਿਲਕੁਲ ਮੂਲ ਰੂਪ ਦੇ ਵਿੱਚ ਹੈ, ਅਜੇ ਇਸ ਨੂੰ ਕਾਨੂੰਨ ਬਣਾਉਣ ਦੀ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਹੈ, ਪਰ ਸਰਕਾਰਾਂ ਜਦੋਂ ਕੋਈ ਕੰਮ ਕਰਨ ਲੱਗ ਪੈਣ ਤੇ ਫਿਰ ਕਮੇਟੀਆਂ ਬਿਠਾ ਦਿੱਤੀਆਂ ਜਾਣ, ਫਿਰ ਉਸ ਨੂੰ ਕਾਨੂੰਨ ਬਣਦਿਆਂ ਵੀ ਸਮਾਂ ਨਹੀਂ ਲੱਗਦਾ। ਭਾਈ ਮੈਜੋਰਿਟੀ ਉਹਨਾਂ ਕੋਲ 3 ਖੇਤੀ ਕਾਨੂੰਨ ਮਿੰਟਾਂ ਸਕਿੰਟਾਂ ਵਿੱਚ ਪਾਸ ਕਰ ਦਿੱਤੇ ਗਏ ਸੀ ਕੇਂਦਰ ਸਰਕਾਰ ਵੱਲੋਂ, ਤੇ ਜੇ ਇਸ ਤਜਵੀਜ਼ ਦੇ ਉੱਪਰ ਕੇਂਦਰ ਸਰਕਾਰ ਕੰਮ ਕਰਨਾ ਸ਼ੁਰੂ ਕਰ ਦਿੰਦੀ ਹੈ ਤੇ ਫਿਰ ਇਹ ਇੱਕ ਵੱਡੇ ਕਿਸਾਨਾਂ ਵਾਸਤੇ ਇਹ ਝਟਕਾ ਜ਼ਰੂਰ ਹੋਵੇਗਾ। 10 ਲੱਖ ਆਮਦਨ ਹੈ, ਫਿਰ ਕਿਸਾਨਾਂ ਨੂੰ ਵੀ ਟੈਕਸ ਭਰਨਾ ਪਏਗਾ, ਅਕਾਊਂਟੈਂਟ ਰੱਖਣੇ ਪੈਣਗੇ। ਜਿਸ ਕਿਸਾਨ ਦੀ 10 ਲੱਖ ਤੋਂ ਉੱਪਰ ਦੀ ਆਮਦਨ ਹੋਵੇਗੀ ਉਹ ਫਿਰ ਦੱਸੇਗਾ ਕਿ ਹਾਂ ਮੈਂ 10 ਲੱਖ ਦੀ ਜਾਂ 15 ਦੀ ਜਾਂ 20 ਦੀ ਜਾਂ ਕਰੋੜ ਦੀ ਵੀ ਮੈਂ ਫਸਲ ਵੇਚੀ ਹੈ, ਪਰ ਉਸ ਫਸਲ ਦੇ ਵਿੱਚੋਂ ਮੇਰੇ ਫਲਾਨੀ ਜਗ੍ਹਾ ਤੇ ਖਰਚੇ ਹੋਏ ਨੇ, ਔਰ ਉਸ ਲੇਬਰ ਨੂੰ ਕਿੰਨਾ ਦਿੱਤਾ ਹੈ, ਫਰਟੀਲਾਈਜ਼ਰ ਕਿੰਨੇ ਦੇ ਆਏ ਨੇ, ਡੀਜ਼ਲ ਕਿੰਨਾ ਲੱਗਿਆ, ਉਹ ਸਾਰਾ ਹਿਸਾਬ ਕਿਤਾਬ ਦੇਣਾ ਪਏਗਾ। ਫਿਰ ਜਿਹੜੀ ਨੈਟ ਆਮਦਨੀ ਹੋਏਗੀ ਉਸ ਦੇ ਉੱਪਰ ਟੈਕਸ ਦੇਣਾ ਪੈ ਸਕਦਾ ਹੈ। ਹੁਣ ਇਹ ਅਜੇ ਕਲੀਅਰ ਹੋਣਾ ਕਿ ਕੀ ਗ੍ਰੋਸ ਦੇ ਉੱਪਰ ਜੋ 10 ਲੱਖ ਗ੍ਰੋਸ ਦੇ ਉੱਪਰ ਟੈਕਸ ਦੇ ਵਿੱਚ ਬ੍ਰੈਕਟ 'ਚ ਲਿਆਂਦਾ ਜਾਵੇਗਾ, ਜਾਂ ਇਨਕਮ ਜਿਹੜੀ ਇਹਨਾਂ ਦੀ ਉਹ ਫਿਰ ਜਿਹੜਾ ਉਸ ਨੂੰ ਜਿਹੜਾ ਹੈ ਉਹ ਮੱਦੇਨਜ਼ਰ ਰੱਖ ਕੇ ਇੱਕ ਬ੍ਰੈਕਟ ਕਾਇਮ ਕੀਤੀ ਜਾਵੇਗੀ। ਇਹ ਗੱਲਾਂ ਅਜੇ ਕਲੀਅਰ ਨਹੀਂ, ਪਰ ਸਰਕਾਰ ਇਸ ਦਿਸ਼ਾ ਵੱਲ ਨੂੰ ਸੋਚ ਰਹੀ ਹੈ। ਹੁਣ ਫਿਰ ਇਸ ਦੇ ਅਗਲੀ ਬਹਿਸ ਛਿੜ ਜਾਂਦੀ ਹੈ। ਜਿਵੇਂ ਕਿ ਸਾਰਿਆਂ ਨੂੰ ਪਤਾ ਹੈ ਕਿ ਪੰਜਾਬ ਵਿੱਚ ਭਾਵੇਂ ਕਿਸਾਨੀ ਦਬਾਅ ਹੇਠ ਰਹੀ ਹੈ, ਕਿਸਾਨ ਅੰਦੋਲਨ ਨੇ ਵੀ ਤੇ ਇਸ ਤੋਂ ਪਹਿਲਾਂ ਵੀ ਕੇਂਦਰੀ ਕੌਮੀ ਅਨਾਜ ਭੰਡਾਰ ਦੇ ਵਿੱਚ ਵੀ, ਚਾਹੇ ਉਹ ਚੌਲ ਹੋਵੇ, ਚਾਹੇ ਕਣਕ ਹੋਵੇ, ਚਾਹੇ ਖੰਡ ਹੋਵੇ, ਪੰਜਾਬ ਨੇ ਵੇਤਨ ਨਾਲੋਂ ਵੱਧ ਜਿਹੜਾ ਹੈ ਉਹ ਉਸ ਵਿੱਚ ਯੋਗਦਾਨ ਪਾਇਆ। ਬ੍ਰੈਡ ਬਾਸਕਟ ਜਿਹੜਾ ਹੈ ਪੰਜਾਬ ਨੂੰ ਆਖਿਆ ਜਾਂਦਾ ਸੀ ਇੰਡੀਆ ਦੀ, ਜਦੋਂ ਪੂਰੇ ਭਾਰਤ ਦੇ ਵਿੱਚੋਂ ਦੇਸ਼ ਵਾਸੀਆਂ ਵਾਸਤੇ ਅਨਾਜ ਵੀ ਪੂਰਾ ਨਹੀਂ ਸੀ ਹੁੰਦਾ ਤਾਂ ਪੰਜਾਬ ਨੇ ਹੀ ਉਸ ਖਜ਼ਾਨੇ ਨੂੰ ਭਰਿਆ। ਅੱਜ ਹੋਰ ਵੀ ਸੂਬੇ ਪੈਦਾ ਕਰ ਰਹੇ ਨੇ, ਕਿਤੇ ਫਰੂਟ ਪੈਦਾ ਹੋ ਰਿਹਾ, ਕਿਤੇ ਸਬਜ਼ੀਆਂ ਹੋ ਰਹੀਆਂ ਨੇ, ਕਿਤੇ ਹੋਰ ਕੁਝ ਹੋ ਰਿਹਾ, ਪਰ ਅੱਜ ਵੀ ਜਦੋਂ ਅਫਗਾਨਿਸਤਾਨ ਨੂੰ ਬਹੁਤ ਸਾਰੀ ਕਣਕ ਭੇਜੀ ਜਾ ਚੁੱਕੀ ਹੈ, ਸ਼੍ਰੀਲੰਕਾ ਨੂੰ ਭੇਜੀ ਜਾ ਚੁੱਕੀ ਹੈ ਕਣਕ ਤੇ ਚੌਲ, ਔਰ ਮਦਦ ਕੀਤੀ ਜਾ ਰਹੀ ਹੈ ਦੂਸਰੇ ਦੇਸ਼ਾਂ ਦੀ ਤੇ ਵਾਹਵਾ ਖੱਟੀ ਜਾ ਰਹੀ ਹੈ। ਕੱਲ ਨੂੰ ਉੱਥੇ ਬੰਦਰਗਾਹਾਂ ਡਿਵੈਲਪ ਕਰਨੀਆਂ ਨੇ, ਕਿਸੇ ਤੋਂ ਕਿਸੇ ਕਿਸਮ ਦੇ ਖਣਿਜ ਲੈਣੇ ਨੇ, ਕਿਸੇ ਕੋਲੋਂ ਡਰਾਈ ਫਰੂਟਸ ਲੈਣੇ ਨੇ ਕਣਕ ਦੇ ਵਿੱਚ। ਇਹ ਸਾਰਾ ਕੁਝ ਜਿਹੜਾ ਹੈ ਚੰਗੀ ਇੱਕ ਖੇਤੀ ਦੀ ਉਪਜ ਦੀ ਬਦੌਲਤ ਹੋ ਰਿਹਾ, ਜਿਸ ਵਿੱਚ ਪੰਜਾਬ ਦੇ ਯੋਗਦਾਨ ਨੂੰ ਘੱਟ ਕਰਕੇ ਨਹੀਂ ਮਿੱਥਿਆ ਜਾ ਰਿਹਾ। ਪਰ ਕੁਝ ਅਰਥ ਸ਼ਾਸਤਰੀ ਜਿਹੜੇ ਨੇ ਉਹ ਇਸ ਮਾਮਲੇ ਦੇ ਵਿੱਚ ਸਰਕਾਰ ਨੂੰ ਕੋਈ ਸਲਾਹ ਜਿਹੜੀ ਦੇ ਰਹੇ ਨੇ ਉਸ ਤੇ ਗੌਰ ਕਰਨਾ ਸਾਡਾ ਬਣਦਾ ਹੈ, ਤੇ ਗੌਰ ਕਰਨੀ ਸਾਨੂੰ ਪਏਗੀ ਆਉਣ ਵਾਲੇ ਦਿਨਾਂ ਦੇ ਵਿੱਚ। ਉਹ ਅਰਥ ਸ਼ਾਸਤਰੀ ਇਹ ਕਹਿੰਦੇ ਨੇ ਕਿ ਕਿਸਾਨ ਜਿਹੜੇ ਬਹੁਤੇ ਕਿਸਾਨ ਨੇ, ਵੱਡੀ ਗਿਣਤੀ ਜਿਹੜੇ ਨੇ 80-90% ਕਿਸਾਨ ਨੇ ਉਹ ਸੀਮਾਂਤ ਕਿਸਾਨ, ਜਿਹਨੂੰ ਕਿ ਸਮੌਲ ਫਾਰਮਰ ਜਿਹੜਾ ਹੈ, ਕੰਢੇ ਤੇ ਰਹਿਣ ਵਾਲੇ ਬਹੁਤ ਗਰੀਬ ਕਿਸਾਨ ਨੇ। ਤੇ ਜਿਹੜੇ ਵੱਡੇ ਕਿਸਾਨ ਨੇ ਉਹਨਾਂ ਨੂੰ ਟੈਕਸ ਬ੍ਰੈਕਟ ਵਿੱਚ ਲੈ ਵੀ ਆਂਦਾ ਜਾਵੇ, ਕਿਉਂਕਿ ਉਹਨਾਂ ਦੀ ਆਮਦਨ ਬਹੁਤ ਹੁੰਦੀ ਹੈ, ਤੇ ਉਹ ਫਿਰ ਉਹ ਕੋਈ ਵੱਡੀ ਮਾੜੀ ਗੱਲ ਨਹੀਂ ਹੋਵੇਗੀ। ਸਰਕਾਰ ਹਾਲੇ ਤੱਕ ਇਹ ਕਹਿ ਰਹੀ ਹੈ ਕਿ ਅਸੀਂ ਇਸ ਦੇ ਵਿੱਚ ਜੋ ਕਾਰਪੋਰੇਟ ਅਦਾਰੇ ਨੇ ਜਾਂ ਵੱਡੇ ਧਨਾੜ ਲੋਕ ਨੇ ਜੋ ਖੇਤੀ ਦੀ ਆੜ ਦੇ ਵਿੱਚ ਟੈਕਸ ਚੋਰੀ ਕਰਦੇ ਨੇ, ਅਸੀਂ ਉਹਨਾਂ ਨੂੰ ਕਾਬੂ ਕਰਨਾ ਚਾਹੁੰਦੇ ਹਾਂ। ਹਾਲੇ ਸਾਡਾ ਕੋਈ ਇਸ ਤਰ੍ਹਾਂ ਦੀ ਤਜਵੀਜ਼ ਨਹੀਂ ਹੈ। ਖੇਤੀ ਜ਼ਮੀਨ ਵੇਚਣ ਤੋਂ, ਖੇਤੀ ਜ਼ਮੀਨ ਲੀਜ਼ ਤੇ ਦੇਣ ਤੋਂ ਹੋਈ ਆਮਦਨ ਨੂੰ ਟੈਕਸ ਲਾਉਣ ਬਾਰੇ ਅਜੇ ਤੱਕ ਸਾਡੇ ਕਾਨੂੰਨ ਦੇ ਵਿੱਚ ਕੋਈ ਇਹੋ ਜਿਹਾ ਜਿਹੜਾ ਸਿਸਟਮ ਨਹੀਂ ਹੈ। ਜੇ ਆਉਣ ਵਾਲੇ ਦਿਨਾਂ ਵਿੱਚ ਇਹ ਬਣਦਾ ਹੈ ਤੇ ਵੱਡਾ ਫਰਕ ਜਿਹੜਾ ਪਏਗਾ। ਤੇ ਮੈਂ ਜੇ ਗਲਤ ਨਹੀਂ ਤਾਂ ਪੰਜਾਬ ਦੀ ਵਿੱਚ ਜਿਹੜੀ ਗੱਲ ਕਰ ਰਿਹਾ ਸੀ, ਪੰਜਾਬ ਵਾਲੇ ਹੁਣ ਇਹ ਸ਼ਾਇਦ ਕੁਝ ਇਹ ਵਿਅਕਤੀ ਕਹਿਣਗੇ ਕਿ ਇਹ ਪੰਜਾਬ ਦੇ ਜਿਹੜੇ ਉਦਮੀ ਕਿਸਾਨ ਨੇ, ਜਿਨ੍ਹਾਂ ਨੇ ਟਿੱਬੇ ਕਰਾ ਕੇ ਜਾਂ ਰਾਤਾਂ ਜਾ ਕੇ ਜਾਂ ਸੱਪਾਂ ਦੀਆਂ ਸਿਰੀਆਂ ਮਿੱਧ ਕੇ, ਜਿਵੇਂ ਕਹਿੰਦੇ ਨੇ ਕਿ ਮਿਹਨਤਾਂ ਕਰਕੇ ਕੁਝ ਜਾਇਦਾਦਾਂ, ਕੋਠੀਆਂ, ਕਾਰਾਂ, ਜਿਵੇਂ ਕਿ ਅੰਦੋਲਨ ਦੇ ਦੌਰਾਨ ਗੱਲਾਂ ਚੱਲੀਆਂ ਸੀ ਕਿ ਤਾਂ ਵੱਡੀਆਂ ਕਾਰਾਂ ਵਿੱਚ ਆਉਣ ਵਾਲੇ ਲੋਕ ਨੇ, ਏਅਰ ਕੰਡੀਸ਼ਨਾਂ 'ਚ ਰਹਿਣ ਵਾਲੇ ਲੋਕ ਨੇ। ਕਿਸਾਨ ਕਿੱਥੇ ਦੇ ਨੇ? ਕਿਸਾਨ ਦੀ ਡੈਫੀਨੇਸ਼ਨ ਨੂੰ ਫਰਕ ਪਾਇਆ, ਕਿਸਾਨ ਦੀ ਪਰਿਭਾਸ਼ਾ ਬਦਲੀ ਹੈ ਪੰਜਾਬ ਦੇ ਲੋਕਾਂ ਨੇ। ਹਰਿਆਣੇ ਵਾਲੇ ਵੀ ਨਾਲ ਨੇ, ਹੋਰ ਵੀ ਕਈ ਜਗ੍ਹਾ ਤੇ ਹੋਣਗੇ, ਪਰ ਪੰਜਾਬ ਨੂੰ ਕਿਤੇ ਟਾਰਗੇਟ ਤਾਂ ਨਹੀਂ ਕੀਤਾ ਜਾ ਰਿਹਾ। ਇਹ ਗੱਲ ਉੱਠੇਗੀ ਜ਼ਰੂਰ। ਅਜੇ ਇਸ ਬਾਰੇ ਬਹੁਤਾ ਕੁਝ ਨਹੀਂ ਕਹਿ ਸਕਦੇ, ਪਰ ਸਰਕਾਰ ਤਜਵੀਜ਼ ਬਣਾਈ ਬੈਠੀ ਹੈ ਕਿ ਕਿਸਾਨਾਂ ਤੇ, ਵੱਡੇ ਕਿਸਾਨਾਂ ਤੇ ਟੈਕਸ ਲਾ ਦਿੱਤਾ ਜਾਵੇ। ਜੀ, ਕੁਝ ਖਾਸ ਮੁੱਦਿਆਂ ਤੇ ਗੱਲਬਾਤ ਹੋਰ ਵੀ ਕਰਾਂਗੇ, ਪਰ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਪ੍ਰੋਗਰਾਮ ਵਿੱਚ ਚਰਚਾ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ। ਕੁਲਦੀਪ ਜੀ, ਗੱਲ ਅਸੀਂ ਖੇਤੀ ਦੀ ਕਰ ਰਹੇ ਹਾਂ, ਕਿਸਾਨਾਂ ਦੀ ਕਰ ਰਹੇ ਹਾਂ, ਤੇ ਪੰਜਾਬ ਦੇ ਕਰਜ਼ੇ ਦੀ ਵੀ ਲੱਗਦੇ ਹੱਥ ਗੱਲ ਕਰ ਲਈਏ।
ਜਦੋਂ ਤੇ ਵੋਟਾਂ ਆਉਂਦੀਆਂ ਨੇ ਸਾਰੇ ਸਾਨੂੰ ਕਰਜ਼ਾ ਚੇਤੇ ਕਰਾਉਂਦੇ ਨੇ, ਸਿਆਸਤਦਾਨ ਦੱਸਦੇ ਨੇ ਇੰਨਾ ਕਰਜ਼ਾ, ਫਿਕਰਮੰਦ ਬੜੇ ਹੁੰਦੇ ਨੇ ਪੰਜਾਬ ਨੂੰ ਲੈ ਕੇ, ਤੇ ਅਸਲ ਦੇ ਵਿੱਚ ਜੇ ਗੱਲ ਕਰੀਏ ਤੇ ਪੰਜਾਬ ਦੇ ਸਿਰ ਤੇ ਕਿੰਨਾ ਕੁ ਕਰਜ਼ਾ ਹੈ? ਇਹ ਤੇ ਹੁਣ ਪੰਜਾਬ ਸਰਕਾਰ ਦੱਸੇਗੀ। ਅਰਵਿੰਦ ਕੇਜਰੀਵਾਲ ਕੌਮੀ ਕਨਵੀਨਰ ਜਿਹੜੇ ਨੇ ਆਮ ਆਦਮੀ ਪਾਰਟੀ ਦੇ, ਉਹਨਾਂ ਨੇ ਕਿਹਾ ਕਿ ਪੰਜਾਬ ਦਾ ਕਰਜ਼ਾ ਸਾਨੂੰ ਜਿਹੜਾ ਦੱਸਿਆ ਗਿਆ ਸੀ ਉਹ 3000 ਕਰੋੜ ਹੈ। 3000 ਕਰੋੜ ਹੈ ਕਿ 5 ਹੈ ਕਿ 6 ਹੈ ਜਾਂ ਕਿੰਨਾ ਹੈ, ਇਸ ਬਾਰੇ ਪੰਜਾਬ ਸਰਕਾਰ ਇੱਕ ਵਾਈਟ ਪੇਪਰ ਜਾਰੀ ਕਰਨ ਜਾ ਰਹੀ ਹੈ। ਸਰਕਾਰ ਨੇ ਦੱਸਣਾ ਹੈ ਹੁਣ ਕਿ ਅਸਲ ਵਿੱਚ ਕਿੰਨਾ ਕਰਜ਼ਾ ਹੈ। ਅਸੀਂ ਜਦੋਂ ਆਪਣੇ ਕਾਲਜ ਦੇ ਟਾਈਮ ਤੇ ਪੜ੍ਹਦੇ ਸਾਂ ਤੇ ਪੰਜਾਬ ਦੇ ਕਾਲੇ ਦੌਰ ਤੋਂ ਬਾਅਦ ਇਹ ਸੁਣਦੇ ਹੁੰਦੇ ਸਾਂ ਕਿ ਇੰਦਰ ਕੁਮਾਰ ਗੁਜਰਾਲ ਨੇ ਪੰਜਾਬ ਦਾ ਕਰਜ਼ਾ ਮੁਆਫ ਕਰ ਦਿੱਤਾ ਜਦੋਂ ਪ੍ਰਧਾਨ ਮੰਤਰੀ ਬਣੇ। ਜਲੰਧਰ ਤੋਂ ਸਾਨੂੰ ਪੰਜਾਬੀ ਸਨ, ਪਰ ਪੰਜਾਬ ਨੂੰ ਕਰਜ਼ੇ ਦੀਆਂ ਕਿਸ਼ਤਾਂ ਨੇ ਖਾਧਾ ਹੈ, ਉਸ ਦਾ ਵਿਆਜ ਹੀ ਨਹੀਂ ਮੋੜਿਆ ਜਾ ਰਿਹਾ, ਇਸ ਗੱਲ ਦਾ ਪੱਕਾ ਪਤਾ ਹੈ। ਅਸਲ ਵਿੱਚ ਕਿੰਨਾ ਕਰਜ਼ਾ ਹੈ ਅਜੇ ਤੱਕ ਪ੍ਰੋਪਰਲੀ ਕਿਸੇ ਨੇ ਦੱਸਿਆ ਨਹੀਂ, ਕਿਉਂਕਿ ਸਟੇਜਾਂ ਤੋਂ ਉੱਪਰ ਜੋ ਐਲਾਨ ਕੀਤੇ ਜਾਂਦੇ ਨੇ ਉਹ ਜੁਮਲੇ ਹੀ ਹੁੰਦੇ ਨੇ। ਹੁਣ ਜੇ ਵਾਈਟ ਪੇਪਰ ਜਾਰੀ ਹੋਵੇਗਾ ਤਾਂ ਵਾਈਟ ਪੇਪਰ ਜਿਹੜਾ ਹੁੰਦਾ ਹੈ ਸਰਕਾਰ ਦਾ ਜਾਣਕਾਰੀ ਦੇਣ ਵਾਲਾ ਇੱਕ ਕਾਗਜ਼ ਮੰਨਿਆ ਜਾਂਦਾ ਹੈ, ਜਾਂ ਇੱਕ ਤੋਂ ਵੱਧ ਕਾਗਜ਼ ਹੋ ਸਕਦੇ ਨੇ। ਉਹਨਾਂ ਨੂੰ ਇਹ ਕਿਹਾ ਜਾ ਸਕਦਾ ਹੈ ਕਿ ਉਹ ਇੱਕ ਅਥੈਂਟਿਕ ਡਾਕੂਮੈਂਟ ਹੋਵੇਗਾ ਜਿਸ ਤੋਂ ਸਾਨੂੰ ਪਤਾ ਲੱਗੇਗਾ ਕਿ ਅਸਲ ਵਿੱਚ ਕਰਜ਼ਾ 1000 ਕਰੋੜ ਹੈ, 2 ਹੈ ਕਿ 3000 ਕਰੋੜ ਹੈ ਜਾਂ 4000 ਹੈ ਜਾਂ ਜਿੰਨਾ ਵੀ ਹੈ। ਹੁਣ ਇਹ ਕਰਜ਼ਾ ਇਸ ਦੇ ਬਾਰੇ ਕੇਜਰੀਵਾਲ ਸਾਹਿਬ ਕਹਿੰਦੇ ਨੇ ਕਿ ਵਾਈਟ ਪੇਪਰ ਜਾਰੀ ਕਰਾਂਗੇ ਥੋੜ੍ਹੇ ਦਿਨਾਂ 'ਚ ਜਾਣਕਾਰੀ ਇਕੱਤਰ ਕਰਕੇ, ਪਰ ਅਸਲ ਵਿੱਚ ਜਿੰਨਾ ਦੱਸਿਆ ਜਾ ਰਿਹਾ ਉਸ ਤੋਂ ਕਿਤੇ ਜ਼ਿਆਦਾ ਹੈ। ਇਹ ਹੁਣ ਜਾਣਕਾਰੀ ਆਉਣ ਵਾਲੇ ਦਿਨਾਂ ਵਿੱਚ ਸਾਨੂੰ ਮਿਲੇਗੀ। ਦਿਲ ਤੇ ਹੱਥ ਰੱਖ ਕੇ ਬੈਠਣਾ ਚਾਹੀਦਾ। 8 ਅਪ੍ਰੈਲ ਦਾ ਦਿਨ, ਜਿਸ ਦਿਨ ਭਗਤ ਸਿੰਘ ਅਸੈਂਬਲੀ ਦੇ ਵਿੱਚ ਬੰਬ ਸੁੱਟਦੇ ਨੇ, ਤੇ ਉਹ ਬੰਬ ਸੁੱਟਣ ਦੀ ਸਾਰੀ ਕਹਾਣੀ ਅਸੀਂ ਦਰਸ਼ਕਾਂ ਦੇ ਨਾਲ ਅੱਜ ਸਾਂਝੀ ਕਰਨਾ ਚਾਹੁੰਦੇ ਹਾਂ ਵੀ ਕਿਹੜਾ ਬੰਬ ਸੀ। ਉਹ ਸੰਕੇਤਕ ਬੰਬ ਸੀ, ਕੋਈ ਖਤਰਨਾਕ ਬੰਬ ਸੀ? ਫੋਟੋਆਂ ਉਹਨਾਂ ਦੀਆਂ ਪਿਸਤੌਲ ਦੇ ਨਾਲ ਜਿਹੜੀਆਂ ਲੋਕਾਂ ਦੇ ਅੱਗੇ ਪੇਸ਼ ਕੀਤੀਆਂ ਜਾਂਦੀਆਂ ਨੇ, ਅਸਲ ਕਹਾਣੀ ਕੀ ਹੈ ਜੀ? ਸਰਦਾਰ ਭਗਤ ਸਿੰਘ, ਸ਼ਹੀਦ ਆਜ਼ਮ ਭਗਤ ਸਿੰਘ ਤੇ ਨਾਲ ਉਹਨਾਂ ਦੇ ਬਟੁਕੇਸ਼ਵਰ ਦੱਤ ਅੱਜ ਦੇ ਦਿਨ 1929 ਦੇ ਵਿੱਚ ਕੇਂਦਰੀ ਕੌਮੀ ਅਸੈਂਬਲੀ ਦੇ ਹਾਲ ਦੇ ਵਿੱਚ ਉਹਨਾਂ ਨੇ ਇਨਕਲਾਬ ਜ਼ਿੰਦਾਬਾਦ ਦੇ ਨਾਅਰੇ ਲਾਉਂਦੇ ਹੋਏ ਕਾਰਵਾਈ ਸ਼ੁਰੂ ਹੁੰਦਿਆਂ ਹੀ ਬੰਬ ਸਿੱਟ ਦਿੱਤੇ। ਬੰਬ ਸਿੱਟਣ ਨਾਲ ਹਫੜਾ ਦਫੜੀ ਫੈਲ ਗਈ ਤੇ ਧੂਆਂ ਸਾਰੇ ਪਾਸੇ ਹੋ ਗਿਆ। ਸਾਰੇ ਜਾਨ ਬਚਾਉਣ ਲਈ ਭੱਜੇ, ਖਾਲੀ ਹੋ ਗਿਆ ਹਾਲ ਮਿੰਟਾਂ ਵਿੱਚ, ਪਰ ਇਹ ਦੋਵੇਂ ਨੌਜਵਾਨ ਉੱਥੇ ਖਲੋਤੇ ਰਹੇ। ਹੁਣ ਅਸਲ ਵਿੱਚ ਇਹ ਬੰਬ 2 ਵਿਅਕਤੀਆਂ ਨੇ ਸਿੱਟਿਆ ਸੀ। ਸ਼ਹੀਦ ਭਗਤ ਸਿੰਘ, ਜਿਨ੍ਹਾਂ ਨੂੰ 2 ਸਾਲ ਬਾਅਦ 'ਚ ਤਕਰੀਬਨ ਫਾਂਸੀ ਦੇ ਦਿੱਤੀ ਜਾਂਦੀ ਹੈ। ਇਸ ਗੱਲ ਨਾਲ ਕਿਸੇ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ, ਸ਼ਾਇਦ ਮਾੜਾ ਮੋਟਾ ਕੋਈ ਜ਼ਖਮੀ ਹੋਇਆ ਹੋਵੇ। ਤੇ ਉਦੋਂ ਇਹਨਾਂ ਦੋਵਾਂ ਵੱਲੋਂ ਇਹ ਗੱਲ ਨੌਜਵਾਨਾਂ ਵੱਲੋਂ ਕੀਤੀ ਗਈ ਕਿ ਇਹ ਬੋਲੀ ਸਰਕਾਰ ਦੇ ਕੰਨਾਂ ਤੱਕ ਆਪਣੀ ਆਵਾਜ਼ ਪਹੁੰਚਾਉਣ ਦਾ ਸਾਡਾ ਤਰੀਕਾ ਹੈ। ਇਸ ਘਟਨਾ ਦੇ ਨਾਲ ਭਗਤ ਸਿੰਘ ਕੌਮ ਦੇ ਹੀਰੋ ਬਣ ਗਏ ਰਾਤੋਂ ਰਾਤ। ਉਹਨਾਂ ਨੂੰ ਪਹਿਲਾਂ ਵੀ ਲੋਕ ਜਾਣਦੇ ਸਨ, ਪਰ ਇਸ ਘਟਨਾ ਨੇ ਉਹਨਾਂ ਨੂੰ ਬਿਲਕੁਲ ਉੱਪਰਲੇ ਪੱਧਰ ਤੇ ਲੈ ਆਂਦਾ ਕਿ ਅਖੀਰ ਇਸ ਨੌਜਵਾਨ ਦੀ ਸੋਚ ਕੀ ਹੈ, ਕ੍ਰਾਂਤੀਕਾਰੀ ਸੋਚ ਵਾਲਾ ਕੌਣ ਹੈ ਜਿਸ ਨੇ ਇੰਨੀ ਲੰਬੀ ਦੂਰ ਦੀ ਸੋਚੀ ਹੈ। ਭਗਤ ਸਿੰਘ ਦੇ ਬੰਬ ਸੁੱਟਣ ਨਾਲ ਕੋਈ ਜ਼ਖਮੀ ਹੋਇਆ ਜਾਂ ਨਹੀਂ ਹੋਇਆ, ਕੋਈ ਮਰਿਆ ਨਹੀਂ ਮਰਿਆ, ਇਹ ਸਾਰਿਆਂ ਨੂੰ ਪਤਾ ਹੈ ਕਿ ਕੋਈ ਨੁਕਸਾਨ ਨਹੀਂ ਸੀ ਇਸ ਤਰ੍ਹਾਂ ਦਾ ਉੱਥੇ ਕਿਸੇ ਦਾ ਹੋਇਆ। ਇਹ ਨਹੀਂ ਕਿ ਉਹ ਕਰਨਾ ਚਾਹੁੰਦੇ ਸਨ ਤੇ ਹੋਇਆ ਨਹੀਂ, ਉਹ ਕਰਨਾ ਹੀ ਨਹੀਂ ਚਾਹੁੰਦੇ ਸਨ। ਇਹ ਧੂਏ ਵਾਲੇ ਬੰਬ ਆਮ ਤੌਰ ਤੇ ਦੱਸਿਆ ਗਿਆ। ਜਿਵੇਂ ਤੁਸੀਂ ਆਖ ਦਿੱਤਾ ਹੈ ਕਿ ਭਗਤ ਸਿੰਘ ਦੀ ਅੱਜ ਕੱਲ੍ਹ ਇੱਕ ਫੋਟੋ ਜਿਹੜੀ ਹੈ ਪ੍ਰਚਲਿਤ ਜ਼ਿਆਦਾ ਕੀਤੀ ਜਾਂਦੀ, ਜਿਸ ਵਿੱਚ ਉਹਨਾਂ ਦੇ ਰਿਵਾਲਵਰ ਉਹਨਾਂ ਦੇ ਕੋਲ ਹੈ ਤੇ ਉਹ ਅਧਿਕਾਰੀ ਸੌਂਡਰਸ ਜਿਹੜਾ ਹੈ ਉਸ 'ਤੇ ਗੋਲੀਆਂ ਚਲਾਉਂਦੇ ਹੋਏ ਦੇਖੇ ਜਾ ਸਕਦੇ ਨੇ। ਇਸ ਤਰ੍ਹਾਂ ਦੀਆਂ ਗੋਲੀਆਂ ਜਾਂ ਪਿਸਤੌਲ ਵਾਲੀ ਜਿਹੜੀ ਉਹਨਾਂ ਦੀ ਫੋਟੋ ਆ ਉਹ ਪ੍ਰਚਲਿਤ ਕੀਤੀ ਜਾਂਦੀ ਹੈ। ਕਹਾਣੀ ਇਸ ਤਰ੍ਹਾਂ ਦੀ ਬਿਲਕੁਲ ਨਹੀਂ ਸੀ। ਭਗਤ ਸਿੰਘ ਦਾ ਵਿਅਕਤੀਤਵ ਕੁਝ ਹੋਰ ਸੀ। ਲੰਬੀ ਚੌੜੀ ਕਹਾਣੀ ਹੈ ਭਗਤ ਸਿੰਘ 'ਤੇ ਤਾਂ ਉਹਦੇ ਜੀਵਨ 'ਤੇ ਬਹੁਤ ਕੁਝ ਆਖਿਆ ਜਾ ਸਕਦਾ। ਹੁਣ ਇਹ ਬੰਬ ਕਿਉਂ ਸੁੱਟੇਗਾ? ਇਹਨਾਂ ਨੇ ਕਿਹਾ ਕਿ ਕ੍ਰਾਂਤੀਕਾਰੀ ਇਹ ਉੱਥੇ ਖੜੇ ਰਹੇ ਤੇ ਨਾਅਰੇ ਲਾਏ ਇਨਕਲਾਬ ਜ਼ਿੰਦਾਬਾਦ ਦੇ, ਤੇ ਨਾਲ ਇਹਨਾਂ ਨੇ ਪੁਲਿਸ ਦੇ ਹਵਾਲੇ ਵੀ ਆਪਣੇ ਆਪ ਨੂੰ ਕੀਤਾ। ਇਹ ਸਮਝਣ ਵਾਲੀ ਗੱਲ ਹੈ। 2 ਬਿੱਲ ਪੇਸ਼ ਕੀਤੇ ਜਾ ਰਹੇ ਸਨ ਅੰਗਰੇਜ਼ ਸਰਕਾਰ ਵੱਲੋਂ। ਇੱਕ ਤੇ ਸੀ ਜਨ ਸੁਰੱਖਿਆ ਬਿੱਲ ਤੇ ਦੂਸਰਾ ਵਪਾਰ ਵਿਵਾਦ ਬਿੱਲ। ਵਪਾਰ ਵਿਵਾਦ ਬਿੱਲ ਜਿਹੜਾ ਸੀ, ਜਿਸ ਵਿੱਚ ਮਜ਼ਦੂਰਾਂ ਦੀਆਂ ਹਰ ਤਰ੍ਹਾਂ ਦੀਆਂ ਹੜਤਾਲਾਂ ਤੇ ਮੁਕੰਮਲ ਪਾਬੰਦੀ ਲਾਉਣ ਦੀ ਗੱਲ ਕੀਤੀ ਜਾ ਰਹੀ ਸੀ। ਵਪਾਰ ਵਿਵਾਦ ਭਾਵ ਕਿ ਵੱਡੇ ਵਪਾਰੀਆਂ ਨੂੰ ਬਚਾਉਣ ਹਿੱਤ ਤੇ ਮਜ਼ਦੂਰਾਂ ਨੂੰ ਦੱਬ ਕੇ ਰੱਖਣ ਹਿੱਤ ਇੱਕ ਬਿੱਲ ਲਿਆਂਦਾ ਜਾ ਰਿਹਾ ਸੀ, ਜਿਸ ਦੇ ਤਹਿਤ ਮਜ਼ਦੂਰਾਂ ਦੇ ਹੱਕਾਂ ਨੂੰ ਦੱਬ ਕੇ ਤੇ ਫਿਰ ਵਪਾਰੀਆਂ ਨੂੰ ਜਿਹੜਾ ਸੀ ਫਾਇਦਾ ਪਹੁੰਚਾਉਣਾ ਸੀ, ਤਾਂ ਕਿ ਆਪਣੇ ਮੰਗਾਂ ਦੀ ਜਿਹੜੀ ਆਵਾਜ਼ ਆ ਉਹ ਬੁਲੰਦ ਨਾ ਕਰ ਸਕਣ ਤੇ ਕਿਤੇ ਕੋਈ ਹੜਤਾਲ ਨਾ ਹੋ ਸਕੇ। ਬੜਾ ਤੁਸੀਂ ਸੰਦਰਭ 'ਚ ਦੇਖੋ ਅੱਜ ਦੇ ਸੰਦਰਭ ਵਿੱਚ ਕਿਵੇਂ ਗੱਲਾਂ ਸਾਬਤ ਹੋ ਰਹੀਆਂ ਨੇ। ਦੂਸਰਾ, ਜਿਵੇਂ ਮੈਂ ਕਿਹਾ ਕਿ
ਸੁਰੱਖਿਆ ਬਿੱਲ ਦੇ ਵਿੱਚ ਆਮ ਤੌਰ ਤੇ ਜਿਹੜਾ ਸੀ ਉਹ ਲੋਕਾਂ ਦੀ ਸੁਰੱਖਿਆ ਦੇ ਨਾਂ ਤੇ ਕੁਝ ਆਪਣਾ ਏਜੰਡਾ ਸਿੱਧਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ, ਜਿਸ ਨਾਲ ਹੋਣਾ ਇਹ ਸੀ ਕਿ ਕੁਝ ਨੌਜਵਾਨ ਜਿਨ੍ਹਾਂ ਨੂੰ ਸ਼ੱਕ ਦੇ ਆਧਾਰ ਤੇ ਹੀ ਜੇਲ੍ਹਾਂ ਦੇ ਵਿੱਚ ਆਰਾਮ ਨਾਲ ਸੁੱਟਿਆ ਜਾ ਸਕਦਾ ਸੀ, ਭਾਵੇਂ ਉਹਨਾਂ ਦੇ ਵਿਰੁੱਧ ਕੋਈ ਕੇਸ ਹੋਵੇ ਚਾਹੇ ਨਾ ਹੋਵੇ, ਪੁਲਿਸ ਤੇ ਕੁਝ ਅਧਿਕਾਰੀ ਜਿਸ ਨੂੰ ਠੀਕ ਸਮਝਣ, ਜੋ ਸਮਝਣ, ਉਹਨੂੰ ਅੰਦਰ ਸੁੱਟ ਲੈਣ ਤੇ ਕੋਈ ਪੁੱਛਣ ਗਿੱਛਣ ਵਾਲਾ ਨਹੀਂ ਹੋਵੇਗਾ। ਸੋ ਇਹ ਦੋ ਬਿੱਲਾਂ ਦੀ ਵਿਰੋਧਤਾ ਕਰਦੇ ਹੋਏ ਭਗਤ ਸਿੰਘ ਤੇ ਬਟੁਕੇਸ਼ਵਰ ਦੱਤ ਨੇ ਅੱਜ ਦੇ ਦਿਨ ਗ੍ਰਿਫਤਾਰੀ ਦਿੱਤੀ। ਹਾਂ, ਇਸ ਕੇਸ ਦੇ ਵਿੱਚ ਉਹਨਾਂ ਨੂੰ ਬੰਬ ਸੁੱਟਣ ਦੇ ਲਈ ਉਮਰ ਕੈਦ ਦੀ ਸਜ਼ਾ ਹੋਈ ਸੀ, ਜਿਹੜੀ ਉਹਨਾਂ ਨੂੰ ਫਾਂਸੀ ਦੀ ਸਜ਼ਾ ਹੋਈ ਸੀ, ਕਿਉਂਕਿ ਸਨਰਸ ਦਾ ਕਤਲ ਕੇਸ ਜਿਹੜਾ ਹੈ ਉਹ ਵੀ ਭੁਗਤ ਰਹੇ ਸਨ ਭਗਤ ਸਿੰਘ। ਉਸ ਕੇਸ ਦੇ ਵਿੱਚ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਨੂੰ 1931 ਦੇ ਵਿੱਚ ਫਾਂਸੀ ਦੇ ਦਿੱਤੀ ਗਈ ਸੀ। ਇਹ ਸਾਰਿਆਂ ਨੂੰ ਪਤਾ ਹੈ। ਇਹ ਸਿਰਫ ਅੱਜ ਦੇ ਦਿਨ ਦੇ ਸੰਦਰਭ ਦੇ ਵਿੱਚ ਮੈਂ ਇਹਨਾਂ ਕੋ ਦੱਸਿਆ ਜੀ। ਜਾਂਦੇ ਜਾਂਦੇ ਗੱਲ ਗੁਆਂਢੀਆਂ ਦੀ ਵੀ ਕਰ ਜੀਏ। ਪਾਕਿਸਤਾਨ 'ਚ ਤਖਤਾ ਪਲਟ ਰਿਹਾ, ਮਸਲਾ ਦਿਨੋਂ ਦਿਨ ਉਲਝ ਰਿਹਾ, ਕਿੰਜ ਵੇਖਦੇ ਹੋ? ਤਖਤਾ ਨਹੀਂ ਪਲਟ ਰਿਹਾ ਸਵਲੀਨ, ਤਖਤਾ ਪਲਟ ਕੇ ਤੇ ਫੇਰ ਸਿੱਧਾ ਹੋ ਗਿਆ। ਤਖਤਾ ਪਲਟਣਾ ਕੋਈ ਵੱਡੀ ਗੱਲ ਵੀ ਨਹੀਂ ਪਾਕਿਸਤਾਨ ਦੇ ਵਿੱਚ, ਪਲਟਦੇ ਰਹਿੰਦੇ ਨੇ। ਜਿਵੇਂ ਮੈਂ ਅੱਗੇ ਵੀ ਕਈ ਵਾਰੀ ਉਹ ਸ਼ੇਅਰ ਸੁਣਾਇਆ, ਕ੍ਰਾਂਤੀਕਾਰੀ ਸ਼ਾਇਰ ਹੋਏ ਨੇ ਹਬੀਬ ਜਾਲਿਬ, ਉਹ ਕਹਿੰਦੇ ਨੇ ਕਿ ਮੁਲਕ ਮੇਰੇ ਵਿੱਚ ਮੌਜਾਂ ਹੀ ਮੌਜਾਂ, ਜਿੱਧਰ ਦੇਖੋ ਫੌਜਾਂ ਹੀ ਫੌਜਾਂ। ਐਸਾ ਪਾਕਿਸਤਾਨ ਦਾ ਇਤਿਹਾਸ ਹੈ ਕਿ ਉੱਥੇ ਡੈਮੋਕ੍ਰੇਸੀ ਜਿਹੜੀ ਹੈ ਉਹ ਕਦੀ ਪੂਰਨ ਰੂਪ ਦੇ ਵਿੱਚ ਪੱਕੇ ਤੌਰ ਤੇ ਸਥਾਪਿਤ ਨਹੀਂ ਹੋ ਸਕੀ। ਹਰ ਵੇਲੇ ਅਦਾਲਤਾਂ ਤੇ ਫੌਜ ਦਾ ਪਰਛਾਵਾਂ ਜਿਹੜਾ ਹੈ ਉਹ ਸਿਆਸਤਦਾਨਾਂ ਦੇ ਉੱਪਰ ਸਿਰ ਤੇ ਮੰਡਰਾਉਂਦਾ ਰਹਿੰਦਾ ਹੈ। ਹੁਣ ਪੁਰਾਣੇ ਇਤਿਹਾਸ ਵੱਲ ਜਾਣ ਦੀ ਲੋੜ ਨਹੀਂ ਹੈ। ਬੜੇ ਵੱਡੇ ਤਾਨਾਸ਼ਾਹ ਵੀ ਰਹੇ ਨੇ, ਜਿਨ੍ਹਾਂ ਵਿੱਚ ਨਾਮ ਕੀ ਲੜੇ ਨੇ, ਜ਼ਿਆਉਲ ਹੱਕ ਵਰਗੇ ਤੇ ਹੋਰ ਵੀ ਲੋਕ ਹੋਏ ਨੇ। ਪਰ ਇਮਰਾਨ ਖਾਨ ਜੋ ਕ੍ਰਿਕਟਰ ਤੋਂ ਰਾਜਨੇਤਾ ਬਣੇ ਸਨ, ਔਰ ਪਾਕਿਸਤਾਨ ਨੇ ਇੱਕੋ ਇੱਕ ਵਰਲਡ ਕੱਪ ਜਿੱਤਿਆ ਇਮਰਾਨ ਖਾਨ ਦੀ ਕਪਤਾਨੀ ਦੇ ਵਿੱਚ, ਔਰ ਇਮਰਾਨ ਖਾਨ ਨੇ ਇੱਕ ਕੈਂਸਰ ਹਸਪੀਟਲ ਦੇ ਨਾਂ ਤੇ ਜਿਹੜਾ ਹੈ ਬਹੁਤ ਦੁਨੀਆ ਨੂੰ ਪ੍ਰੇਰਿਤ ਕੀਤਾ ਤੇ ਵੱਡਾ ਕੈਂਸਰ ਹਸਪੀਟਲ ਆਪਣੀ ਮਾਂ ਦੀ ਯਾਦ ਵਿੱਚ ਬਣਾ ਕੇ ਪਾਕਿਸਤਾਨ ਦੇ ਲੋਕਾਂ ਨੂੰ ਭੇਟ ਕੀਤਾ। ਉੱਥੇ ਇਲਾਜ ਚੱਲ ਰਹੇ ਨੇ। ਜ਼ਾਹਿਰਾ ਤੌਰ ਤੇ ਉਹਨਾਂ ਦਾ ਵਿਅਕਤੀਤਵ ਉਸ ਗੱਲ ਤੋਂ ਵੱਡਾ ਹੋਇਆ। ਤਹਿਰੀਕ ਇਨਸਾਫ ਪਾਰਟੀ ਜਿਹੜੀ ਹੈ TIP, ਇਸ ਦੇ ਬੈਨਰ ਹੇਠ ਉਹਨਾਂ ਨੇ ਚੋਣ ਲੜਨੀ ਸ਼ੁਰੂ ਕੀਤੀ ਸੀ। ਤੇ ਜਦੋਂ ਪਹਿਲੀਆਂ ਚੋਣਾਂ ਵਿੱਚ ਇਮਰਾਨ ਖਾਨ ਨੇ ਹਿੱਸਾ ਲਿਆ ਸੀ ਤੇ 7 ਜਗ੍ਹਾ ਤੋਂ ਖੜੇ ਹੋਏ ਸੀ ਤੇ 7 ਦੀਆਂ 7 ਸੀਟਾਂ 7 ਜਗ੍ਹਾ ਤੋਂ ਉਹ ਹਾਰ ਗਏ ਸਨ। ਤੇ ਅੱਜ ਉਹ ਪ੍ਰਧਾਨ ਮੰਤਰੀ ਨੇ। ਪਰ ਪ੍ਰਧਾਨ ਮੰਤਰੀ ਜਦੋਂ ਬਣਦੇ ਨੇ ਤੇ ਪਾਕਿਸਤਾਨ ਦੇ ਵਿੱਚ ਇੱਕ ਤਰ੍ਹਾਂ ਦਾ ਸਿਆਸੀ ਖਲਾਅ ਸੀ। ਬੇਨਜ਼ੀਰ ਤੇ ਕਤਲ ਤੋਂ ਬਾਅਦ ਭਾਵੇਂ ਕਿ ਕੁਝ ਸਮੇਂ ਵਾਸਤੇ ਯੂਸਫ ਰਜ਼ਾ ਗਿਲਾਨੀ ਤੇ ਪੀਪਲ ਪਾਰਟੀ ਆਫ ਪੰਜਾਬ ਤੇ ਨਵਾਜ਼ ਸ਼ਰੀਫ ਵਾਲੇ ਜਿਹੜੇ ਇਹਨੂੰ ਬਾਰੋ-ਬਾਰੀ ਰਹੇ ਨੇ ਸੱਤਾ ਦੇ ਵਿੱਚ, ਪਰ ਇਮਰਾਨ ਖਾਨ ਦੀ ਜਦੋਂ ਵਾਰੀ ਆਉਂਦੀ ਹੈ ਤੇ ਮੋਰਚਿਆਂ ਦੇ ਉੱਪਰ ਜਾ ਕੇ ਤੇ ਟਰੱਕਾਂ ਦੇ ਉੱਪਰ ਚੱਲ ਕੇ ਮੁਜ਼ਾਹਰੇ, ਧਰਨੇ ਜਿਹੜੇ ਸੀ ਵੱਡੇ ਪੱਧਰ ਤੇ ਲੱਗੇ ਤੇ ਥਾਂ ਲੱਗੇ। ਬੇਸਿਕਲੀ ਇਹਨਾਂ ਦੀ ਉਪਜ ਦੇ ਵਜੋਂ ਜਿਹੜਾ ਸੀ ਇਮਰਾਨ ਖਾਨ ਜਿਹੜੇ ਸੀ ਉਹ ਪ੍ਰਧਾਨ ਮੰਤਰੀ ਬਣੇ। ਤੇ ਹੁਣ ਜਿਵੇਂ ਪੰਜਾਬ ਦੇ ਵਿੱਚ ਬਦਲਾਅ ਕਿਹਾ ਜਾ ਰਿਹਾ, ਇਮਰਾਨ ਖਾਨ ਨੇ ਅੱਗੇ ਆਉਣ ਲਈ ਤਬਦੀਲੀ ਦਾ ਨਾਅਰਾ ਦਿੱਤਾ ਸੀ। ਤਬਦੀਲੀ ਉਹ ਉਰਦੂ ਦਾ ਲਫ਼ਜ਼ ਹੈ। ਤਬਦੀਲੀ ਆਈ ਕਿ ਨਹੀਂ ਆਈ ਹੁਣ ਪਾਕਿਸਤਾਨ ਦੇ ਲੋਕ ਸ਼ਾਇਦ ਵੋਟਾਂ ਵਿੱਚ ਦੱਸਣਗੇ। ਪਰ ਇਮਰਾਨ ਖਾਨ ਨੂੰ ਝਟਕਾ ਲੱਗ ਗਿਆ। ਇਮਰਾਨ ਖਾਨ ਦੇ ਵਿਰੁੱਧ ਜਿਹੜਾ ਸੀ ਉਹ ਬੇਭਰੋਸਗੀ ਦਾ ਮਤਾ ਜਿਹੜਾ ਸੀ ਉਹ ਕੌਮੀ ਅਸੈਂਬਲੀ ਦੇ ਵਿੱਚ ਪੇਸ਼ ਕੀਤਾ ਗਿਆ। ਇਮਰਾਨ ਖਾਨ ਸਾਹਿਬ ਨੇ ਕਿਹਾ ਜਾਂਦਾ ਹੈ ਕਿ ਇਸ ਤਰ੍ਹਾਂ ਕਿ ਉਸ ਨੂੰ ਬਾਈਪਾਸ ਕਰਨ ਦੀ ਕੋਸ਼ਿਸ਼ ਕੀਤੀ ਹੈ ਤੇ ਡਿਪਟੀ ਸਪੀਕਰ ਦੇ ਮੋਢਿਆਂ ਤੇ ਚੜ੍ਹ ਕੇ ਡਿਪਟੀ ਸਪੀਕਰ ਕੋਲੋਂ ਇਹ ਐਲਾਨ ਕਰਵਾ ਦਿੱਤਾ ਕਿ ਬੇਭਰੋਸਗੀ ਦੇ ਮਤੇ ਤੇ ਵੋਟ ਨਹੀਂ ਹੋਣੀ, ਅਸੈਂਬਲੀ ਭੰਗ ਕਰ ਦਿਓ। ਮੈਂ ਹੁਣ ਪ੍ਰਧਾਨ ਮੰਤਰੀ ਨਹੀਂ, ਤੁਸੀਂ ਕਾਰਜਕਾਰੀ ਪ੍ਰਧਾਨ ਮੰਤਰੀ ਜਿਹਨੂੰ ਮਰਜ਼ੀ ਬਣਾ ਦਿਓ ਤੇ 3 ਮਹੀਨਿਆਂ ਦੇ ਵਿੱਚ ਪਾਕਿਸਤਾਨ 'ਚ ਅਸੀਂ ਚੋਣਾਂ ਕਰਵਾਵਾਂਗੇ ਜੀ। ਫਿਰ ਅਦਾਲਤ ਸਾਹਮਣੇ ਆ ਗਈ। ਦੱਸਿਆ ਜਾਂਦਾ ਹੈ ਕਿ ਪਾਕਿਸਤਾਨ ਦੇ ਵਿੱਚ ਵੱਡੇ ਪੱਧਰ ਤੇ ਨੀਮ ਸੁਰੱਖਿਆ ਬਲ ਤੇ ਫੌਜ ਤਾਇਨਾਤ ਕੀਤੀ ਗਈ। ਜਦੋਂ ਸੁਪਰੀਮ ਕੋਰਟ ਨੇ ਪਟੀਸ਼ਨ ਦੀ ਸੁਣਵਾਈ ਕੀਤੀ ਤਾਂ ਉੱਥੇ ਦੇ ਜਸਟਿਸ ਨੇ ਗੱਲ ਆਖ ਦਿੱਤੀ ਕਿ ਡਿਪਟੀ ਸਪੀਕਰ ਨੂੰ ਕੋਈ ਹੱਕ ਨਹੀਂ ਕਿ ਉਹ ਕੌਮੀ ਅਸੈਂਬਲੀ ਨੂੰ ਇਸ ਤਰ੍ਹਾਂ ਭੰਗ ਕਰਨ ਦੀ ਸਿਫਾਰਿਸ਼ ਕਰੇ ਜਾਂ ਕਰ ਦੇਵੇ, ਤੇ ਪ੍ਰਧਾਨ ਮੰਤਰੀ ਨੂੰ ਬਿਲਕੁਲ ਵੀ ਹੱਕ ਨਹੀਂ ਕਿ ਉਹ ਇਸ ਤਰ੍ਹਾਂ ਆਪਣੇ ਤੌਰ ਤੇ ਅਸੈਂਬਲੀ ਭੰਗ ਕਰ ਦੇਵੇ। ਜੇ ਉਸਨੇ ਬੇਭਰੋਸਗੀ ਦਾ ਮਤ ਜਿਹੜਾ ਹੈ ਵੋਟ ਨਹੀਂ ਹਾਸਲ ਕੀਤਾ ਤੇ ਉਹ ਹੁਣ ਸੱਤਾ ਤੋਂ ਲਾਂਭੇ ਹੋ ਸਕਦਾ ਹੈ, ਤੇ ਪਰ ਉਸ ਨੂੰ ਇਸ ਵੋਟ ਦਾ ਸਾਹਮਣਾ ਕਰਨਾ ਪਏਗਾ, ਲੋਕਾਂ ਦੇ ਸਾਹਮਣੇ ਬਹਿਣਾ ਪਏਗਾ, ਦੇਖਣਾ ਪਏਗਾ ਤੇ ਕਿ ਉਸ ਕੋਲ ਭਰੋਸਾ ਅਜੇ ਪਾਰਲੀਮੈਂਟ ਦਾ, ਅਸੈਂਬਲੀ ਦਾ ਹੈ ਜਾਂ ਨਹੀਂ। ਹੁਣ ਉਹ ਇਮਰਾਨ ਖਾਨ ਫਿਰ ਪ੍ਰਧਾਨ ਮੰਤਰੀ ਬਣ ਗਏ ਨੇ ਤੇ ਅਸੈਂਬਲੀ ਦੇ ਵਿੱਚ ਜਾ ਕੇ ਹੁਣ ਫਿਰ ਬਹਿਸ ਹੋਵੇਗੀ, ਫਿਰ ਵੋਟਿੰਗ ਹੋਵੇਗੀ ਤੇ ਵੋਟਿੰਗ ਤੋਂ ਬਾਅਦ ਪਤਾ ਲੱਗੇਗਾ ਕਿ ਪ੍ਰਧਾਨ ਮੰਤਰੀ ਜਿਹੜੇ ਨੇ ਉਹ ਇਮਰਾਨ ਖਾਨ ਬਣਨਗੇ, ਬਿਲਾਵਲ ਭੁੱਟੋ ਬਣਨਗੇ, ਜਾਂ ਸਭ ਤੋਂ ਵੱਧ ਜਿਨ੍ਹਾਂ ਦੇ ਚਾਂਸ ਲੱਗ ਰਹੇ ਨੇ ਸ਼ਹਿਬਾਜ਼ ਸ਼ਰੀਫ ਲੱਗ ਰਹੇ ਨੇ। ਸ਼ਹਿਬਾਜ਼ ਸ਼ਰੀਫ ਲਹਿੰਦੇ ਪੰਜਾਬ ਦੇ ਮੁੱਖ ਮੰਤਰੀ, ਜਿਨ੍ਹਾਂ ਨੂੰ ਵਜ਼ੀਰੇ ਆਲਾ ਉਹ ਆਖਦੇ ਨੇ, ਵਜ਼ੀਰੇ ਆਲਾ ਰਹੇ ਨੇ ਲੰਬਾ ਸਮਾਂ, ਤੇ ਨਵਾਜ਼ ਸ਼ਰੀਫ ਦੇ ਭਰਾ ਨੇ। ਨਵਾਜ਼ ਸ਼ਰੀਫ ਜਲਾਵਤਨੀ ਦੇ ਵਿੱਚ ਨੇ, ਇਸ ਵੇਲੇ ਇੰਗਲੈਂਡ ਦੇ ਵਿੱਚ ਨੇ। ਸਿਹਤ ਖਰਾਬ ਦੱਸ ਕੇ ਉਹ ਗਏ ਸੀ ਤੇ ਕਹਿੰਦੇ ਨੇ ਕਿ ਉੱਥੇ ਵੱਡੀਆਂ ਤਕਰੀਰਾਂ ਕਰ ਰਹੇ ਨੇ ਤੇ
ਵਰਚੁਅਲ ਰੈਲੀਜ਼ ਜਿਹੜੀਆਂ ਪਾਕਿਸਤਾਨ ਦੇ ਵਿੱਚ ਉਹ ਕਰ ਰਹੇ ਨੇ, ਤੇ ਜਿਨ੍ਹਾਂ ਦੇ ਜਿਵੇਂ ਸੈੱਲ ਘਟ ਗਿਆ ਸੀ ਉਹਨਾਂ ਦੇ, ਤੇ ਉਹਨਾਂ ਦੇ ਡਾਕਟਰ ਕਿਸੇ ਟਾਈਮ ਇਹ ਕਹਿ ਰਹੇ ਸੀ ਕਿ ਲੋਕਾਂ ਨੂੰ ਕਹਿ ਰਹੇ ਸੀ ਕਿ ਵੀ ਮੇ ਲੂਜ਼ ਹਿਮ, ਤੇ ਪਲੇਟਲੈਟਸ ਕਾਊਂਟ ਜਿਹੜੇ ਉਹਨਾਂ ਦੇ ਘਟ ਗਏ ਸੀ, ਤੇ ਬਹੁਤ ਲੋਕ ਮਜ਼ਾਕ ਨਾਲ ਇਹ ਕਹਿ ਰਹੇ ਸੀ ਕਿ ਨਵਾਜ਼ ਸ਼ਰੀਫ ਦੀਆਂ ਕਲਚ ਪਲੇਟਾਂ ਖਰਾਬ ਹੋ ਗਈਆਂ। ਪਰ ਨਹੀਂ, ਨਵਾਜ਼ ਸ਼ਰੀਫ ਇੰਗਲੈਂਡ ਨੇ, ਬੇਨਜ਼ੀਰ ਦੀ ਤੁਹਾਨੂੰ ਪਤਾ ਮੌਤ ਹੋ ਚੁੱਕੀ ਹੈ, ਆਸਫ ਅਲੀ ਜ਼ਰਦਾਰੀ ਦੀ ਵੀ ਸਿਹਤ ਬਹੁਤੀ ਵਧੀਆ ਨਹੀਂ, ਤੇ ਉਹ ਪ੍ਰੈਜ਼ੀਡੈਂਟ ਵਜੋਂ ਉਹਨਾਂ ਦੇ ਕਾਰਜਕਾਲ ਦੌਰਾਨ ਕੁਝ ਇਸ ਤਰ੍ਹਾਂ ਦੀਆਂ ਬੇਨਿਯਮੀਆਂ ਦੇ ਦੋਸ਼ ਲੱਗੇ, ਉਹ ਵੀ ਇਸ ਸੀਨ ਤੋਂ ਤਕਰੀਬਨ ਲਾਂਭੇ ਨੇ। ਬਿਲਾਵਲ ਭੁੱਟੋ ਦੀ ਸਮੱਸਿਆ ਰਾਹੁਲ ਗਾਂਧੀ ਵਾਲੀ ਹੈ ਕੁਝ ਬਿਲਾਵਲ ਭੁੱਟੋ ਅਜੇ ਯੰਗ ਨੇ, ਪਰ ਉਹ ਆਪਣੀ ਪੈਂਠ ਆਪਣੇ ਤੌਰ ਤੇ ਬਣਾਉਣ ਦੇ ਵਿੱਚ ਕਾਮਯਾਬ ਨਹੀਂ ਹੋਈ। ਇੱਕ ਉਹਨਾਂ ਦਾ ਜਿਹੜਾ ਸਪੀਚ ਕਰਨ ਦਾ ਤੌਰ ਤਰੀਕਾ ਹੈ ਉਸ ਨੂੰ ਅਜੇ ਮਜ਼ਾਕ ਦੇ ਤੌਰ ਤੇ ਬਹੁਤਾ ਵੇਖਿਆ ਜਾਂਦਾ ਹੈ। ਸੀਰੀਅਸਲੀ ਉਹਨਾਂ ਨੂੰ ਕਦੋਂ ਪਾਕਿਸਤਾਨ ਦੇ ਲੋਕ ਲੈਣਗੇ ਅਜੇ ਸਮਾਂ ਲੱਗੇਗਾ। ਪਰ ਸ਼ਹਿਬਾਜ਼ ਸ਼ਰੀਫ, ਜੇ ਇਮਰਾਨ ਖਾਨ ਭਰੋਸੇ ਦਾ ਵੋਟ ਹਾਰ ਜਾਂਦੇ ਨੇ ਤੇ ਸ਼ਹਿਬਾਜ਼ ਸ਼ਰੀਫ ਅਗਲੇ ਪ੍ਰਧਾਨ ਮੰਤਰੀ ਹੋ ਸਕਦੇ ਨੇ, ਜਾਂ ਕੌਮੀ ਅਸੈਂਬਲੀ ਭੰਗ ਹੋ ਸਕਦੀ ਹੈ। ਇਹ ਤਿੰਨੇ ਹੀ ਸੂਰਤਾਂ ਹੋਣਗੀਆਂ, ਜਾਂ ਇਮਰਾਨ ਖਾਨ ਜਾਂ ਸ਼ਹਿਬਾਜ਼ ਸ਼ਰੀਫ ਜਾਂ ਕੌਮੀ ਅਸੈਂਬਲੀ ਭੰਗ ਹੋਵੇਗੀ। ਔਰ ਹੈਰਾਨੀ ਦੀ ਗੱਲ ਹੈ ਕਿ ਸਾਰੀ ਜ਼ਿੰਦਗੀ ਇੱਕ ਦੂਸਰੇ ਦੇ ਖਿਲਾਫ ਲੜਾਈ ਕਰਨ ਵਾਲੀ ਪੀਪਲ ਪਾਰਟੀ ਆਫ ਪਾਕਿਸਤਾਨ ਤੇ ਮੁਸਲਿਮ ਲੀਗ ਸ਼ਹਿਬਾਜ਼ ਸ਼ਰੀਫ ਵਾਲੀ ਹੈ, ਉਹ ਦੋਵੇਂ ਪਾਰਟੀਆਂ ਇੱਕ ਦੂਸਰੇ ਦੇ ਖਿਲਾਫ ਲੜਦੀਆਂ ਰਹੀਆਂ ਨੇ। ਪਰ ਤਹਿਰੀਕ ਇਨਸਾਫ ਪਾਰਟੀ ਨੂੰ ਖੂੰਜੇ ਲਾਉਣ ਲਈ ਇਹ ਦੋਵੇਂ ਪਾਰਟੀਆਂ ਇੱਕ ਪਲੇਟਫਾਰਮ ਤੇ ਜਿਹੜੀਆਂ ਨਜ਼ਰ ਆ ਰਹੀਆਂ ਨੇ। ਕੁਝ ਹੋਰ ਸਹਿਯੋਗੀ ਦਲ ਵੀ ਹਨ ਜਿਨ੍ਹਾਂ ਦੀ ਹਮਾਇਤ ਉਹਨਾਂ ਨੂੰ ਪ੍ਰਾਪਤ ਹੋ ਸਕਦੀ ਹੈ। ਜੀ, ਆਉਣ ਵਾਲੇ ਦਿਨਾਂ 'ਚ ਪਾਕਿਸਤਾਨ ਦੀ ਰਾਜਨੀਤੀ ਤੇ ਸਭ ਦੀ ਨਜ਼ਰ ਰਹੇਗੀ। ਦੇਖਦੇ ਹਾਂ ਕੀ ਬਣਦਾ ਹੈ। ਰਾਜਨੀਤਿਕ ਮੁੱਦੇ ਹੋਰ ਵੀ ਬੜੇ ਨੇ, ਪਰ ਪ੍ਰੋਗਰਾਮ ਦਾ ਸਮਾਂ ਜਿਹੜਾ ਉਹ ਇੱਥੇ ਖਤਮ ਹੋ ਗਿਆ ਹੈ। ਕੁਲਦੀਪ ਜੀ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਉਮੀਦ ਕਰਦੇ ਹਾਂ ਕਿ ਸਾਡੇ ਦਰਸ਼ਕਾਂ ਨੂੰ ਸਾਡਾ ਅੱਜ ਦਾ ਇਹ ਪ੍ਰੋਗਰਾਮ ਪਸੰਦ ਆਇਆ ਹੋਵੇਗਾ। ਅਗਲੀ ਵਾਰ ਨਵੇਂ ਮੁੱਦਿਆਂ ਦੇ ਨਵੀਂ ਗੱਲਬਾਤ ਲੈ ਕੇ ਜਲਦ ਹਾਜ਼ਰ ਹੋਵਾਂਗੇ। ਤੁਸੀਂ ਇਸੇ ਤਰ੍ਹਾਂ ਜੁੜੇ ਰਹੋ ਪੰਜਾਬੀ ਨੈਸ਼ਨਲ ਟੀਵੀ ਦੇ ਨਾਲ। ਉਮੀਦ ਤੁਹਾਡੀ, ਕੋਸ਼ਿਸ਼ ਸਾਡੀ।